ਸਨ ਸੋਏ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਪਿਆਰੀ ਸਵਰੀ ਦਜੀ ਸਿੱਖ ਸਵੇ ਚਲ ਆਏ ਆਤ ਬੰਦ ਬੋਲਨ ਭਏ ਗਾਤ ਗਨ ਗਿਰਾ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਅੰਤਰਜਾਮੀ ਕਿਰਪਾ ਦੇ ਖਜ਼ਾਨੇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਗਰੀਬ ਨਵਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ। ਭਾਗਾਂ ਵਾਲਾ ਇਹ ਸਮਾਂ ਹੈ ਜਿਸ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋ ਰਹੇ ਹਨ। ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਸਾਰ ਧੰਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਲੜੀਵਾਰ ਰੂਪ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹਾਂ। ਜਿਵੇਂ ਮਹਾਰਾਜ ਸਾਹਿਬ ਜੀ ਨਾਂਦੇੜ ਦੀ ਧਰਤੀ ਤੇ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਸੱਚਖੰਡ ਬਿਆਨਾ ਮਹਾਰਾਜ ਸਾਹਿਬ ਜੀ ਕਰਨ ਤੋਂ ਪਹਿਲਾਂ ਜਿਵੇਂ ਗਰੀਬ ਨਵਾਜ ਸਾਹਿਬ ਜੀ ਨੇ ਵੱਡਾ ਭਾਰੀ ਜੱਗ ਕੀਤਾ ਭੰਡਾਰਾ ਕੀਤਾ ਅਨੇਕ ਪ੍ਰਕਾਰ ਦੇ ਪਕਵਾਨ ਤਿਆਰ ਕਰਵਾ ਕੇ ਸਮੂਹ ਖਾਲਸੇ ਦੇ ਵਿੱਚ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਸਭ ਲੋਕਾਂ ਨੂੰ ਬੁਲਾ ਕਰਕੇ ਮਹਾਰਾਜ ਸਾਹਿਬ ਜੀ ਨੇ ਇਹ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸੇ ਤਰ੍ਹਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਆ। ਜਿਸ ਵੇਲੇ ਕੱਤਕ ਸੁਦੀ ਪੰਚਮੀ ਦਾ ਦਿਨ ਆਇਆ ਵੀਰਵਾਰ ਦਾ ਦਿਨ ਹੈ ਤਾਂ ਮਹਾਰਾਜ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਕਿਉਂਕਿ ਕਈ ਦਿਨ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਦੱਸ ਦਿੱਤਾ ਕਿ ਅਸੀਂ ਭਾਈ ਸੱਚਖੰਡ ਬਿਆਨਾ ਕਰ ਜਾਣਾ। ਬਹੁਤ ਵੱਡਾ ਭਾਰੀ ਇਕੱਠ ਹੈ। ਸਾਧੂ ਸੰਤ ਜੋਗੀ ਜਤੀ ਬ੍ਰਹਮਚਾਰੀ ਕਈ ਭੇਖਾਂ ਦੇ ਸਾਧੂ ਆਏ ਹੋਏ ਹਨ। ਖਾਲਸਾ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਹੈ। ਉਸ ਮੌਕੇ ਤੇ ਮਹਾਰਾਜ ਸਾਹਿਬ ਜੀ ਨੇ ਜਿਵੇਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਗਤਾਂ ਨੂੰ ਦਰਸ਼ਨ ਦਿੱਤੇ। ਫਿਰ ਸਤਿਗੁਰੂ ਗਰੀਬ ਨਵਾਜ ਨੇ ਪ੍ਰਸ਼ਾਦਾ ਪਾਣੀ ਛਕਣ ਤੋਂ ਬਾਅਦ ਕੁਝ ਸਮਾਂ ਆਰਾਮ ਕੀਤਾ। ਦੁਪਹਿਰ ਢਲਣ ਤੋਂ ਬਾਅਦ ਸਤਿਗੁਰੂ ਜੀ ਨੇ ਸਣ ਕੇਸੀ ਇਸ਼ਨਾਨ ਕੀਤਾ। ਸੋਹਣਾ ਦਸਤਾਰਾ ਸਜਾਇਆ ਕਲਗੀ ਜਿਗਾ ਲਾਈ। ਮਹਾਰਾਜ ਸਾਹਿਬ ਜੀ ਨੇ ਸੋਹਣਾ ਨਵਾਂ ਚੋਲਾ ਪਹਿਨਿਆ ਕਮਰ ਕੱਸਾ ਲਾਇਆ। ਅਨੇਕ ਪ੍ਰਕਾਰ ਦੇ ਸ਼ਸਤਰ ਧਾਰਨ ਕੀਤੇ ਜਿਨ੍ਹਾਂ ਦਾ ਜ਼ਿਕਰ ਆਪਾਂ ਵਿਸਥਾਰ ਸਹਿਤ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤਾ ਹੈ। ਸਿੰਘਾਂ ਨੂੰ ਕਹਿ ਦਿੱਤਾ ਵੀ ਭਾਈ ਸਾਡੀ ਹੁਣ ਤਿਆਰੀ ਹੈ ਤੇ ਤੁਸੀਂ ਕਨਾਤਾਂ ਲਾ ਦਿਓ ਤੇ ਜੋ ਚੰਦਨ ਦੀ ਲੱਕੜ ਮੰਗਾਈ ਹੋਈ ਉਹਦੀ ਚਿਖਾ ਚਿਣ ਦਿਓ। ਤੇ ਸਿੰਘਾਂ ਨੇ ਫਿਰ ਉਹ ਕਨਾਤਾਂ ਲਾਉਣ ਦੀ ਸੇਵਾ ਕੀਤੀ ਤੇ ਚਿਖਾ ਚਿਣਨ ਦੀ ਸਾਧ ਸੰਗਤ ਜੀ ਮਹਾਰਾਜ ਦਾ ਅੰਗੀਠਾ ਤਿਆਰ ਕਰਨ ਦੀ ਉਹ ਸੇਵਾ ਕੀਤੀ।
ਗਰੀਬ ਨਵਾਜ ਸਤਿਗੁਰੂ ਜੀ ਦੇ ਪਿਆਰੇ ਸਿੰਘ ਨਾਲੇ ਤੇ ਸੇਵਾ ਕਰ ਰਹੇ ਹਨ, ਨਾਲੇ ਨੇਤਰਾਂ 'ਚ ਜਲ ਭਰਿਆ ਹੋਇਆ, ਹਿਰਦੇ ਵਿੱਚ ਵੈਰਾਗ ਹੈ। ਤੇ ਚੰਦਨ ਦੀ ਲੱਕੜ 100 ਮਣ ਮੰਗਵਾਈ ਸੀ ਸਿੰਘਾਂ ਨੇ, ਉਹ ਸਾਰੀ ਚਿਣੀ ਗਈ, ਚਿਖਾ ਚਿਣੀ ਹੈ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਿਆਰ ਬਰ ਤਿਆਰ ਹਨ। ਤੋ ਇਸ ਪ੍ਰਕਾਰ ਦੇ ਨਾਲ ਸਾਧ ਸੰਗਤ ਜੀ ਸਾਰੇ ਸਿੰਘ ਹਿਰਦੇ ਦੇ ਵਿੱਚ ਵੈਰਾਗ ਆ ਤੇ ਅੰਦਰ ਸੋਚਾਂ ਚੱਲ ਰਹੀਆਂ ਵੀ ਇੱਥੇ ਸਾਡਾ ਕੌਣ ਵਾਲੀ ਵਾਰਸ ਹੈ, ਅਸੀਂ ਵਿਦੇਸ਼ ਦੇ ਵਿੱਚ ਹਾਂ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਬਿਨਾਂ ਸਾਡਾ ਕੌਣ ਆਸਰਾ ਹੈ। ਤੇ ਹੁਣ ਮਹਾਰਾਜ ਸਾਹਿਬ ਜੀ ਦੇ ਐਸੇ ਇਹ ਸੋਹਣੇ ਦਰਸ਼ਨ ਕਿੱਥੋਂ ਕਰਿਆ ਕਰਾਂਗੇ। ਇਸ ਤਰ੍ਹਾਂ ਦੇ ਸਾਧ ਸੰਗਤ ਜੀ ਵਿਚਾਰ ਸਿੰਘਾਂ ਦੇ ਹਿਰਦੇ ਦੇ ਵਿੱਚ ਆ ਰਹੇ ਹਨ। ਤਾਂ ਅੱਗੇ ਜਿਵੇਂ ਲੜੀਵਾਰ ਗਾਥਾ ਆਉਂਦੀ ਹੈ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰ ਪਿਆਰੀ ਸਭ ਰੀਤ ਕੀ, ਸਾਰੀ ਰੀਤ ਦੇ ਨਾਲ ਮਰਿਆਦਾ ਦੇ ਨਾਲ ਸਿੰਘਾਂ ਨੇ ਖਾਲਸੇ ਨੇ ਕਨਾਤ ਲਾਉਣ ਦੀ ਤੇ ਚੰਦਨ ਦੀ ਲੱਕੜਾਂ ਜਿਹੜੀਆਂ ਉਹ ਚਿਣ ਚਿਣ ਕੇ ਲਾ ਕੇ ਅੰਗੀਠਾ ਤਿਆਰ ਕਰਨ ਦੀ ਸਾਰੀ ਤਿਆਰੀ ਕੀਤੀ ਹੈ। ਸਿੱਖ ਸਭੇ ਚਲ ਆਏ, ਤੇ ਸਾਰੇ ਸਿੱਖ ਤਿਆਰੀ ਕਰਨ ਵਾਸਤੇ ਜੋ ਗਏ ਹੋਏ ਸੀ ਉਹ ਤਿਆਰੀ ਕਰਕੇ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਆ ਗਏ। ਹਾਥ ਬੰਦ ਬੋਲਤ ਭਏ, ਹੱਥ ਜੋੜ ਕਰਕੇ ਸਿੰਘਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਸਾਹਿਬ ਜੀ ਨੂੰ। ਗਦ ਗਦ ਕਿਰਾ ਸੁਨਾਏ, ਗਰੀਬ ਨਵਾਜ ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਗਲਾ ਰੁਕਿਆ ਹੋਇਆ ਸਿੰਘਾਂ ਦਾ, ਗਦ ਗਦ ਕਹਿੰਦੇ ਆ ਜਿਸ ਵੇਲੇ ਗਲਾ ਭਰ ਜਾਵੇ, ਜਿਸ ਵੇਲੇ ਹਿਰਦੇ ਵਿੱਚ ਵੈਰਾਗ ਹੈ, ਨੇਤਰਾਂ ਵਿੱਚ ਜਲ ਭਰਿਆ ਹੋਇਆ ਹੈ ਤੇ ਗਲਾ ਭਰ ਗਿਆ ਹੈ, ਇਹ ਦੱਸਣ ਲੱਗਿਆ ਵੀ ਮਹਾਰਾਜ ਚਿਖਾ ਚੇਣ ਆਏ ਆ, ਅੰਗੀਠਾ ਤਿਆਰ ਕਰ ਆਏ ਹਾਂ। ਇਹ ਬੇਨਤੀ ਕਰਨ ਲੱਗਿਆ ਸਿੰਘਾਂ ਦਾ ਗਲਾ ਭਰ ਆਇਆ। ਉਸ ਮੌਕੇ ਤੇ ਮਹਾਰਾਜ ਦੀ ਆਇਸ ਜੈਸੀ, ਭਰੇ ਹੋਏ ਗਲੇ ਦੇ ਨਾਲ ਵੈਰਾਗ ਦੇ ਨਾਲ ਸਿੰਘਾਂ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਜਿਵੇਂ ਮਹਾਰਾਜ ਸਾਹਿਬ ਆਪ ਜੀ ਦੀ ਆਗਿਆ ਸੀ, ਮਿਲੇ ਸਗਲ ਕੀਨੀ ਕਿਰਤ ਕੈਸੀ, ਸਾਰੇ ਸਿੰਘ ਮਿਲੇ ਤੇ ਮਿਲ ਕਰਕੇ ਮਹਾਰਾਜ ਸਾਹਿਬ ਉਸੇ ਤਰ੍ਹਾਂ ਸੇਵਾ ਕੀਤੀ ਹੈ, ਕਿਰਤ ਕੀਤੀ ਹੈ। ਸਤਿਗੁਰ ਹੀਰ ਖਾਲਸੇ ਹੋਈ, ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਖਾਲਸੇ ਦੀ ਤਰਫ ਵੇਖ ਕਰਕੇ ਜਿਨ੍ਹਾਂ ਤ੍ਰਿਗਮ ਤੇ ਅੰਸੂ ਛੋਰੀ, ਜਿਨ੍ਹਾਂ ਸਿੰਘਾਂ ਦੇ ਨੇਤਰਾਂ ਵਿੱਚੋਂ ਜਲ ਵਗ ਰਿਹਾ ਸੀ, ਨੇਤਰਾਂ ਦੇ ਵਿੱਚੋਂ ਸਾਧ ਸੰਗਤ ਜੀ ਜਲ ਵਗ ਰਿਹਾ ਹੈ ਤੇ ਉਹਨਾਂ ਸਿੰਘਾਂ ਵੱਲੇ ਵੇਖ ਕਰਕੇ ਮਮ ਸਰੂਪ ਕੇ ਪ੍ਰੇਮੀ ਮਹਾ, ਕਿ ਮੇਰੇ ਸਰੂਪ ਦੇ ਬਹੁਤੇ ਪ੍ਰੇਮੀ ਹਨ, ਜੋ ਮੇਰੇ ਸਰੂਪ ਦੇ ਇਹ ਬਾਹਰੀ ਸਰੂਪ ਦੇ ਵੀ ਬਹੁਤੇ ਪ੍ਰੇਮੀ ਹਨ ਸੇ ਵੀ ਮੇਰੇ ਦਰਸ਼ਨਾਂ ਦੇ ਪ੍ਰੇਮੀ ਆ, ਮੇਰੇ ਪਿਆਰ ਦੇ ਵਿੱਚ ਜਿਨ੍ਹਾਂ ਸਿੰਘਾਂ ਨੇ ਆਪਣਾ ਸਭ ਕੁਝ ਮੇਰੇ ਤੋਂ ਕੁਰਬਾਨ ਕੀਤਾ ਹੋਇਆ, ਉਹਨਾਂ ਸਿੰਘਾਂ ਵੱਲੇ ਵੇਖ ਕਰਕੇ ਸਰਬਸ ਤਿਆਗੇ ਪਹੁੰਚੇ ਹਾਂ, ਤੇ ਸਰਬਸ ਸਾਰਾ ਕੁਝ ਤਿਆਗ ਕਰਕੇ ਆਪਣਾ ਘਰ ਘਾਟ ਛੱਡ ਕੇ ਆਪਣੇ ਪਰਿਵਾਰ ਛੱਡ ਕੇ ਸਾਡੇ ਨਾਲ ਇੱਥੇ ਦੱਖਣ ਵਿੱਚ ਨੰਦੇੜ ਵਿੱਚ ਪਹੁੰਚੇ ਆ ਸਿੰਘ, ਜਿਨ੍ਹਾਂ ਨੇ ਸਾਡੇ ਨਾਲ ਬਹੁਤ ਪ੍ਰੇਮ ਕੀਤਾ, ਆਪਣੇ ਘਰਾਂ ਦਾ ਮੋਹ ਛੱਡ ਦਿੱਤਾ। ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਵਿੱਚ ਆਪਣੇ ਪਰਿਵਾਰਾਂ ਦਾ, ਆਪਣੇ ਘਰਾਂ ਦਾ ਮੋਹ, ਆਪਣੇ ਸਭ ਕਾਰੋਬਾਰ ਦਾ, ਸੰਸਾਰੀ ਸਭ ਕੁਝ ਤਿਆਗ ਕਰਕੇ ਗੁਰੂ ਸਾਹਿਬ ਜੀ ਦੇ ਨਾਲ, ਜਿਨ੍ਹਾਂ ਨੂੰ ਗੁਰਬਾਣੀ ਚ ਆਖਿਆ ਨਾ ਜਗ ਮਹਿ ਉੱਤਮ ਕਾਢੀਆ ਹੈ ਵਿਰਲੇ ਕੇਈ ਕੇ, ਉਹ ਵਿਰਲੇ ਵਿਰਲੇ ਜਿਹੜੇ ਹੁੰਦੇ ਆ ਉਹ ਸਨ ਮਹਾਰਾਜ ਦੇ ਨਾਲ, ਕਲਗੀਧਰ ਪਾਤਸ਼ਾਹ ਦੇ ਜਿਹੜੇ ਆ ਪੋਟਿਆਂ ਤੇ ਗਿਣੇ ਜਾਣ ਵਾਲੇ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਬਾਣੀ ਚ ਕਹਿੰਦੇ ਆ ਕਿ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ। ਨਹੀਂ ਤੇ ਅਸੀਂ ਸੰਸਾਰੀ ਜੀਵ ਆਪਣੇ ਘਰ ਵੱਲ ਨੂੰ ਹਰ ਵੇਲੇ ਧਿਆਨ ਰੱਖਦੇ ਆ, ਪਰਿਵਾਰ ਵੱਲ ਨੂੰ, ਪਦਾਰਥ ਵੱਲ ਨੂੰ, ਕਾਰੋਬਾਰ ਵੱਲ ਨੂੰ, ਪਰ ਉਹਨਾਂ ਸਿੰਘਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨਿਆ ਪਾਈ ਹੈ, ਸਭ ਕੁਝ ਤਨ ਮਨ ਧਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਭੇਟ ਕੀਤਾ ਹੋਇਆ।
ਤੇ ਮਹਾਰਾਜ ਸਾਹਿਬ ਜੀ ਦੇ ਪਿਆਰ ਵਿੱਚ ਦੱਖਣ ਵਿੱਚ ਪਹੁੰਚੇ ਹੋਏ ਆ। ਸਤਿਗੁਰੂ ਜੀ ਵਿਚਾਰਦੇ ਵੀ ਮੇਰੇ ਸਰੂਪ ਦੇ ਬਹੁਤ ਪ੍ਰੇਮੀ ਸਿੰਘ ਆ, ਜਿਨ੍ਹਾਂ ਨੇ ਮੇਰੇ ਪਿਆਰ ਦੇ ਵਿੱਚ ਆਪਣਾ ਸਭ ਕੁਝ ਤਿਆਗ ਦਿੱਤਾ ਹੈ। ਇਸ ਤਰ੍ਹਾਂ ਇਹ ਸਿੰਘਾਂ ਨੂੰ ਸੇਵਾ ਕਰਦਿਆਂ, ਕਨਾਤਾਂ ਲਾਉਂਦਿਆਂ ਤੇ ਸਾਰੀ ਚਿਖਾ ਚਿਣਦਿਆਂ ਫਿਰ ਮਹਾਰਾਜ ਨੂੰ ਆ ਕੇ ਦੱਸਦਿਆਂ ਤੇ ਸੰਧਿਆ ਦਾ ਵੇਲਾ ਹੋ ਗਿਆ। ਸਾਰੀਆਂ ਸੰਗਤਾਂ ਨੇ, ਸਾਰੇ ਖਾਲਸੇ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ। ਫਿਰ ਕਲਗੀਧਰ ਪਾਤਸ਼ਾਹ ਨੇ ਸਾਰਿਆਂ ਨੂੰ ਸਤਿਕਾਰ ਦੇ ਨਾਲ ਆਪਣੇ ਨੇੜੇ ਬਿਠਾ ਲਿਆ। ਕਹਿਣ ਲੱਗੇ ਖਾਲਸਾ ਜੀ ਆ ਜਾਓ, ਸਾਡੇ ਨੇੜੇ ਆ ਕੇ ਬੈਠੋ। ਕਿਉਂਕਿ ਸਾਧ ਸੰਗਤ ਜੀ, ਜਿੱਥੇ ਸਿੰਘ ਮਹਾਰਾਜ ਸਾਹਿਬ ਨਾਲ ਇੰਨਾ ਪ੍ਰੇਮ ਕਰਦੇ ਆ, ਉੱਥੇ ਸਿੰਘਾਂ ਨਾਲ ਵੀ ਗੁਰੂ ਕਲਗੀਧਰ ਪਾਤਸ਼ਾਹ ਨੇ ਕੋਈ ਘੱਟ ਪ੍ਰੇਮ ਨਹੀਂ ਕੀਤਾ। ਜਿੰਨਾ ਪ੍ਰੇਮ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੰਘਾਂ ਨਾਲ ਕੀਤਾ, ਖਾਲਸੇ ਨਾਲ ਕੀਤਾ, ਇੰਨਾ ਪ੍ਰੇਮ ਕੋਈ ਕਰ ਹੀ ਨਹੀਂ ਸਕਦਾ। ਗਰੀਬ ਨਵਾਜ ਸਾਹਿਬ ਨੇ ਆਪਣੇ ਸਾਹਿਬਜ਼ਾਦੇ ਖਾਲਸੇ ਤੋਂ, ਸਿੰਘਾਂ ਤੋਂ ਕੁਰਬਾਨ ਕਰ ਦਿੱਤੇ। ਕਦੀ ਗੁਰੂ ਕੀ ਕਾਂਛੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਆਖਿਆ ਸੀ ਸਿੰਘਾਂ ਵਾਲੇ ਹੱਥ ਦਾ ਇਸ਼ਾਰਾ ਕਰਕੇ, ਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਇਹ ਸਾਡੇ ਸਾਹਿਬਜ਼ਾਦੇ ਹਨ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਵੀ ਫਰਮਾਇਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਾਂ ਕਰੋ ਨਿਵਾਸ। ਫਿਰ ਇਹ ਬਚਨ ਵੀ ਕਹੇ, ਜੁਧ ਜਿਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਬੇਅੰਤ ਬਚਨ ਉਚਾਰਨ ਕੀਤੇ ਖਾਲਸੇ ਨੂੰ, ਸਿੰਘਾਂ ਨੂੰ ਇੰਨੀ ਮਹਾਰਾਜ ਨੇ ਵਡਿਆਈ ਦਿੱਤੀ। ਸਾਧ ਸੰਗਤ ਜੀ, ਤਾਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਵੇਖਿਆ ਵੀ ਬਹੁਤ ਵੈਰਾਗ ਕਰਦੇ ਆ ਸਿੰਘ, ਇਸ ਕਰਕੇ ਸਾਰਿਆਂ ਨੂੰ ਸਤਿਕਾਰ ਦਿੰਦਿਆਂ ਹੋਇਆ ਆਪਣੇ ਨੇੜੇ ਬਿਠਾ ਲਿਆ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਕਹਿਣ ਲੱਗੇ ਪਿਆਰਿਓ ਸ਼ੋਕ ਨਾ ਕਰੋ, ਸਿੰਘੋ ਗਮ ਨਾ ਕਰੋ, ਸ਼ੋਕ ਨਾ ਕਰੋ। ਇਸ ਕਰਕੇ ਜਿਹੜਾ ਸਥੂਲ ਸਰੀਰ ਹੈ ਨਾ, ਇਹ ਸਿੰਘੋ ਇਹਦਾ ਮਿਲਾਪ ਵੀ ਹੁੰਦਾ ਹੈ ਤੇ ਵਿਛੋੜਾ ਵੀ ਹੁੰਦਾ ਹੈ। ਜਿਹੜਾ ਦਿਸਣ ਵਾਲਾ ਇਹਨੂੰ ਸਥੂਲ ਸਰੀਰ ਕਹਿੰਦੇ ਸਾਧ ਸੰਗਤ ਜੀ, ਜਿਹੜਾ ਨਹੀਂ ਦਿਸਦਾ ਇਹ ਉਹ ਸੂਖਮ ਹੈ। ਨਾ ਦਿਸਣ ਵਾਲਾ ਜਿਹੜਾ ਉਹ ਸੂਖਮ ਹੈ। ਇਹ ਜਿਹੜਾ ਦਿਸਣ ਵਾਲਾ ਸਰੀਰ ਹੈ, ਸਥੂਲ ਸਰੀਰ ਹੈ, ਇਹਦਾ ਸੰਜੋਗ ਵੀ ਹੈ, ਮਿਲਾਪ ਵੀ ਹੈ ਤੇ ਇਹਦਾ ਵਿਜੋਗ ਵੀ ਹੈ, ਵਿਛੋੜਾ ਵੀ ਹੈ। ਇਸ ਕਰਕੇ ਇਹ ਸਿੰਘੋ ਇਹ ਸਥੂਲ ਦਿਸਣ ਵਾਲੇ ਸਰੀਰਾਂ ਦਾ ਮਿਲਾਪ ਤੇ ਵਿਛੋੜਾ ਹੈ। ਇਹ ਈਸ਼ਵਰ ਦੀ ਨੇਤ ਹੈ, ਉਹਦੀ ਰਚਨਾ ਹੈ, ਭਾਣਾ ਹੈ। ਇਹ 14 ਲੋਕਾਂ ਵਿੱਚ ਇਸੇ ਤਰ੍ਹਾਂ ਵਾਪਰਦਾ ਹੈ। ਇਹ ਨੇਤ ਹੈ, ਹੋਣੀ ਹੈ। ਜਿਹੜਾ ਦਿਸਣ ਵਾਲਾ ਸਰੀਰ ਹੈ, ਇਹਦਾ ਮਿਲਾਪ ਵੀ ਹੈ ਤੇ ਇਹਦਾ ਵਿਛੋੜਾ ਵੀ ਹੁੰਦਾ ਹੈ। ਇਸ ਕਰਕੇ ਸਿੰਘੋ ਸਰੀਰਾਂ ਦਾ ਜਿਹੜਾ ਸਨੇਹ ਆ, ਸਰੀਰਾਂ ਦਾ ਪ੍ਰੇਮ ਹੈ, ਇਹ ਕਦੇ ਨਿਭਦਾ ਨਹੀਂ ਹੈ। ਸਰੀਰ ਕਦੀ ਮਿਲਦੇ ਆ, ਕਦੀ ਵਿਛੜ ਜਾਂਦੇ ਆ। ਸਰੀਰਾਂ ਦਾ ਜਨਮ ਮਰਨ ਹੈ, ਸਰੀਰਾਂ ਦਾ ਮਿਲਾਪ ਤੇ ਵਿਛੋੜਾ ਹੈ। ਸਰੀਰਾਂ ਦਾ ਸਨੇਹ ਕਦੇ ਨਹੀਂ ਨਿਭਦਾ ਹੈ। ਇਸ ਕਰਕੇ ਸਿੰਘੋ ਇਹ ਸਰੀਰਾਂ ਦਾ ਸਨੇਹ ਟੁੱਟ ਜਾਣ ਵਾਲਾ ਹੈ। ਇਹ ਸਰੀਰ ਤਾਂ ਇਸ ਤਰ੍ਹਾਂ ਦੇ ਆ ਜਿਵੇਂ ਸਿਕਤਾ ਸਦਨ, ਜਿਵੇਂ ਰੇਤਾ ਦਾ ਘਰ ਹੋਵੇ, ਰੇਤਾ ਦੇ ਘਰ ਦੀ ਤਰ੍ਹਾਂ, ਤੇ ਜਿਵੇਂ ਨਦੀ ਦਾ ਕਿਨਾਰਾ ਹੋਵੇ, ਨਦੀ ਦਾ ਕਿਨਾਰਾ ਵੀ ਢਹਿ ਜਾਂਦਾ ਹੈ ਤੇ ਰੇਤਾ ਦਾ ਘਰ ਵੀ ਢਹਿ ਜਾਂਦਾ ਹੈ। ਸਿੰਘੋ ਇਹ ਸਰੀਰ ਵੀ ਇਸੇ ਤਰ੍ਹਾਂ ਸਦਾ ਨਹੀਂ ਰਹਿਣ ਵਾਲੇ। ਸਿੰਘੋ ਨਿਸ਼ਚਾ ਕਰੋ, ਜੋ ਸ਼ਬਦ ਹੈ ਨਾ, ਗੁਰੂ ਕੀ ਬਾਣੀ ਹੈ, ਇਹ ਬਾਣੀ ਮੇਰਾ ਹਿਰਦਾ ਹੈ। ਸਿੰਘੋ ਬਾਣੀ ਦੇ ਨਾਲ ਸਨੇਹ ਕਰੋ। ਸਰੀਰਾਂ ਦਾ ਸਨੇਹ ਨਹੀਂ ਨਿਭਣ ਵਾਲਾ, ਸ਼ਬਦ ਦਾ ਸਨੇਹ ਨਿਭਣ ਵਾਲਾ ਹੈ। ਇਹ ਨਿਸ਼ਚਾ ਕਰੋ, ਇਹ ਭਰੋਸਾ ਕਰੋ, ਸ਼ਬਦ ਗੁਰਬਾਣੀ ਮੇਰਾ ਹਿਰਦਾ ਹੈ। ਇਸ ਕਰਕੇ ਸਿੰਘੋ ਤੁਸੀਂ ਸਵੇਰੇ ਸ਼ਾਮੀ ਰੋਜ਼ ਮੇਰੇ ਨਾਲ ਮਿਲਿਆ ਕਰੋ। ਸਵੇਰੇ ਵੀ ਗੁਰਬਾਣੀ ਪੜ੍ਹਿਆ ਕਰੋ, ਸ਼ਾਮ ਨੂੰ ਵੀ ਗੁਰਬਾਣੀ ਦਾ ਨਿਤਨੇਮ ਕਰਿਆ ਕਰੋ, ਸਵਾਸ ਸਵਾਸ ਸਿਮਰਨ ਕਰਿਆ ਕਰੋ। ਇਹ ਸ਼ਬਦ ਸਾਡਾ ਹਿਰਦਾ ਹੈ। ਸੰਗਤ ਜੀ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਦਸਾਂ ਹੀ ਜਾਮਿਆਂ ਦੇ ਵਿੱਚ, ਦਸਾਂ ਹੀ ਸਰੂਪਾਂ ਦੇ ਵਿੱਚ ਆਪਣੇ ਗੁਰਸਿੱਖਾਂ ਨੂੰ ਸ਼ਬਦ ਨਾਲ ਜੋੜਿਆ, ਬਾਣੀ ਦੇ ਨਾਲ ਜੋੜਿਆ ਮਹਾਰਾਜ ਸਾਹਿਬ ਜੀ ਨੇ। ਪਹਿਲੇ ਸਰੂਪ ਤੋਂ ਲੈ ਕਰਕੇ ਸ਼ਬਦ ਗੁਰੂ, ਸੁਰਤ ਧੁਨ ਚੇਲਾ ਤੋਂ ਲੈ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ। ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ, ਕਹੈ ਨਾਨਕ ਸਦਾ ਗਾਵਹੁ ਇਹ ਸੱਚੀ ਬਾਣੀ। ਕਿਤੇ ਮਾਰੇ ਕਹਿੰਦੇ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਕਿਤੇ ਗਰੀਬ ਨਵਾਜ ਫਰਮਾਉਂਦੇ ਆ, ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੇ ਵਡੇ ਅਵਰ ਨਾ ਕੋਏ, ਵਾਹ ਵਾਹ ਅਗਮੇ ਅਥਾਹੋ ਹੈ, ਵਾਹ ਵਾਹ ਸੱਚਾ ਸੋਏ। ਗੁਰਬਾਣੀ ਪੜ੍ਹਨ ਵਾਸਤੇ, ਗੁਰਬਾਣੀ ਜਪਣ ਵਾਸਤੇ, ਗੁਰਬਾਣੀ ਸੁਣਨ ਵਾਸਤੇ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਦੇ ਆ। ਜਿੱਥੇ ਗਰੀਬ ਨਵਾਜ ਕਹਿੰਦੇ ਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਕਿ ਗੁਰਬਾਣੀ ਨੂੰ ਗਾਓ, ਉੱਥੇ ਮਹਾਰਾਜ ਇਹ ਵੀ ਕਹਿੰਦੇ ਵੀ ਗੁਰਬਾਣੀ ਨੂੰ ਸੁਣੋ ਵੀ ਭਾਈ। ਸੁਣ ਵੱਡ ਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ, ਜਿਨ ਕਉ ਕਰਮ ਲਿਖੇ ਤਿਸ ਹਿਰਦੈ ਸਮਾਣੀ ਰਾਮ। ਅਕਥ ਕਹਾਣੀ ਤਿਨੀ ਜਾਣੀ, ਜਿਸ ਆਪ ਪ੍ਰਭ ਕਿਰਪਾ ਕਰੇ, ਅਮਰ ਥੀਆ ਫਿਰ ਨਾ ਮੂਆ, ਕਲ ਕਲੇਸਾ ਦੁਖ ਹਰੇ, ਹਰ ਸਰਨ ਪਾਈ ਤਜ ਨਾ ਜਾਏ, ਪ੍ਰਭ ਪ੍ਰੀਤ ਮਨ ਤਨ ਭਾਣੀ, ਬਿਨਵੰਤ ਨਾਨਕ ਸਦਾ ਗਾਈਐ, ਪਵਿੱਤਰ ਅੰਮ੍ਰਿਤ ਬਾਣੀ। ਇੱਕ ਵਾਰੀ ਸਭ ਮਾਈ ਭਾਈ ਹਾਜ਼ਰੀ ਲਾਈਏ। ਅੰਮ੍ਰਿਤ ਬਾਣੀ ਹਰ ਹਰ ਤੇਰੇ, ਅੰਮ੍ਰਿਤ ਬਾਣੀ ਹਰ ਹਰ ਤੇਰੇ, ਅੰਮ੍ਰਿਤ ਬਾਣੀ ਹਰ ਹਰ ਤੇਰੇ, ਅੰਮ੍ਰਿਤ ਬਾਣੀ ਹਰ ਹਰ ਤੇਰੇ। ਸੁਣ ਸੁਣ ਹੋਵੈ ਪਰਮ ਗਦ ਮੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ 부ਜੇ ਸੀਤਲ ਹੋਏ ਮਨੁਆ, ਜਲਨ 부ਜੇ ਸੀਤਲ ਹੋਏ ਮਨੁਆ। ਸਤਿਗੁਰ ਕਾ ਦਰਸ਼ਨ ਪਾਏ ਜੀਓ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰ ਕਾ ਦਰਸ਼ਨ ਪਾਏ ਜੀਓ। ਕਲਗੀਧਰ ਪਾਤਸ਼ਾਹ ਕਹਿੰਦੇ, ਖਾਲਸਾ ਜੀ ਸ਼ਬਦ ਨਾਲ ਜੁੜੋ ਸਵੇਰੇ ਸ਼ਾਮ, ਗੁਰਬਾਣੀ ਨਾਲ ਜੁੜੋ ਸਵੇਰੇ ਸ਼ਾਮ, ਗੁਰਬਾਣੀ ਪੜ੍ਹੋ। ਗੁਰਬਾਣੀ ਮੇਰਾ ਹਿਰਦਾ ਹੈ। ਤੁਸੀਂ ਇਹ ਸਰੀਰ ਦਾ ਮੋਹ ਨਾ ਕਰੋ। ਸਰੀਰਾਂ ਦਾ ਸੰਜੋਗ ਵਿਜੋਗ ਹੈ, ਸਰੀਰ ਮਿਲਦੇ ਵੀ ਆ ਤੇ ਵਿਛੜਦੇ ਆ। ਸਰੀਰਾਂ ਦਾ ਸਨੇਹ ਸਦਾ ਨਹੀਂ ਨਿਭਣ ਵਾਲਾ। ਸ਼ਬਦ ਨਾਲ ਜੁੜ ਜਾਓ, ਫਿਰ ਸਦਾ ਨਿਰਵਾਹ ਹੋਵੇਗਾ, ਫਿਰ ਸਦਾ ਦੀ ਸਾਂਝ ਬਣ ਜਾਵੇ। ਤੇ ਦਸਾਂ ਹੀ ਸਰੂਪਾਂ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸੰਗਤ ਨੂੰ ਸ਼ਬਦ ਨਾਲ ਜੋੜਿਆ, ਗੁਰਬਾਣੀ ਨਾਲ ਜੋੜਿਆ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਵੀ ਸਾਧ ਸੰਗਤ ਜੀ ਆਉਣ ਵਾਲਾ ਹੈ।
ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ ਕਰਵਾਇਆ, ਪਹਿਲਾ ਪ੍ਰਕਾਸ਼, ਤੇ ਗਰੀਬ ਨਵਾਜ ਸਾਹਿਬ ਜੀ ਨੇ ਰਾਤ ਨੂੰ ਸੁੱਖ ਆਸਨ ਹੋਇਆ। ਮਹਾਰਾਜ ਸਾਹਿਬ ਜੀ ਨੇ ਪਲੰਘੇ ਸਾਹਿਬ ਉੱਤੇ ਪਾਵਨ ਪੋਥੀ ਸਾਹਿਬ ਜੀ ਦਾ, ਉਸ ਵੇਲੇ ਨਾਮ ਸੀ ਸ੍ਰੀ ਪੋਥੀ ਸਾਹਿਬ ਤੇ ਸ੍ਰੀ ਗ੍ਰੰਥ ਸਾਹਿਬ ਜੀ, ਸੁੱਖ ਆਸਨ ਕਰਵਾਇਆ ਤੇ ਆਪ ਜ਼ਮੀਨ ਤੇ ਆਸਨ ਲਾਇਆ ਪਲੰਘੇ ਦੇ ਹੇਠਾਂ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਬਾਣੀ ਉਚਾਰਨ ਕੀਤੀ, ਬਾਣੀ ਲਿਖਵਾਈ ਭਾਈ ਗੁਰਦਾਸ ਸਾਹਿਬ ਜੀ ਤੋਂ, ਫਿਰ ਆਪ ਜੀ ਨੇ ਦਰਬਾਰ ਸਾਹਿਬ ਦੀ ਰਚਨਾ ਕਰਵਾ ਕੇ ਪਹਿਲਾ ਪ੍ਰਕਾਸ਼ ਕਰਵਾਇਆ। ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਸੇਵਾ ਬਖਸ਼ਿਸ਼ ਕੀਤੀ। ਗੁਰਬਾਣੀ ਉਚਾਰਨ ਵਾਲੇ ਵੀ ਆਪ, ਲਿਖਾਉਣ ਵਾਲੇ ਵੀ ਆਪ, ਪ੍ਰਕਾਸ਼ ਕਰਾਉਣ ਵਾਲੇ ਵੀ ਆਪ, ਤੇ ਮਹਾਰਾਜ ਤੁਸੀਂ ਬਾਣੀ ਤੇ ਆਪ ਚੌਰ ਕਰਦੇ ਪਏ ਹੋ। ਤੁਸੀਂ ਆਪ ਬਾਣੀ ਨੂੰ ਮੱਥਾ ਟੇਕਦੇ ਹੋ, ਨਮਸਕਾਰ ਕਰਦੇ ਹੋ, ਬਾਣੀ ਨੂੰ ਤੁਸੀਂ ਪਲੰਘੇ ਤੇ ਸੁੱਖ ਆਸਨ ਕਰਕੇ ਆਪ ਜ਼ਮੀਨ ਤੇ ਬਰਾਜਦੇ ਹੋ। ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਆਖਿਆ, ਗੁਰਸਿੱਖੋ ਬਾਣੀ ਸਾਥੋਂ ਵੱਡੀ ਆ। ਇਹ ਬਚਨ ਕਿਹਾ ਸੀ ਮਹਾਰਾਜ, ਗੁਰਸਿੱਖੋ ਬਾਣੀ ਸਾਡੇ ਸਰੀਰ ਤੋਂ ਉੱਤਮ ਹੈ। ਤੇ ਦੂਜਾ ਬਚਨ ਕਿਹਾ ਸੀ, ਕਹਿਣ ਲੱਗੇ ਸਾਡੇ ਸਰੀਰ ਦੇ ਅੱਜ ਤੁਸੀਂ ਦਰਸ਼ਨ ਕਰਦੇ ਹੋ ਤੇ ਸਤਿਗੁਰਾਂ ਦੇ ਸਰੀਰ ਦੇ ਸਦਾ ਦਰਸ਼ਨ ਨਹੀਂ ਹੋਣਗੇ। ਤੇ ਗੁਰਬਾਣੀ ਸਾਡਾ ਹਿਰਦਾ ਵਾ, ਗੁਰਬਾਣੀ ਨਾਲ ਜੁੜ ਜਾਓਗੇ ਤੇ ਗੁਰਬਾਣੀ ਰੂਪ ਚ ਸਾਡੇ ਸਦਾ ਹੀ ਦਰਸ਼ਨ ਕਰੋਗੇ। ਹਰ ਇੱਕ ਥਾਂ ਤੇ, ਹਰ ਇੱਕ ਸਮੇਂ 'ਚ, ਹਰੇਕ ਥਾਂ ਤੇ ਦਰਸ਼ਨ ਹੋਣਗੇ। ਅੱਜ ਸਿੱਖ ਜਿੱਥੇ ਵੀ ਬੈਠਾ, ਭਾਵੇਂ ਦੇਸ਼ ਵਿੱਚ, ਵਿਦੇਸ਼ ਵਿੱਚ, ਪਿੰਡ ਵਿੱਚ, ਸ਼ਹਿਰ ਵਿੱਚ, ਜਿੱਥੇ ਵੀ ਹੈ, ਉੱਥੇ ਹੀ ਉਹ ਗੁਰੂ ਕੇ ਦਰਸ਼ਨ ਕਰ ਸਕਦਾ ਹੈ। ਭਾਗਾਂ ਵਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਸਕਦਾ, ਗੁਰਬਾਣੀ ਪੜ੍ਹ ਸਕਦਾ, ਗੁਰਬਾਣੀ ਸੁਣ ਸਕਦਾ। ਜੋ ਮਹਾਰਾਜ ਨੇ ਬਚਨ ਕਹੇ ਸੀ, ਇਸੇ ਹੀ ਪਵਿੱਤਰ ਗ੍ਰੰਥ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਉਹ ਬਚਨ ਅੰਕਿਤ ਕੀਤੇ। ਪੰਜਵੇਂ ਪਾਤਸ਼ਾਹ ਕਹਿਣ ਲੱਗੇ, ਸਤਿਗੁਰ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸੈ ਹੈ। ਗ੍ਰੰਥ ਰਿਦਾ ਗੁਰ ਕੋ ਇਹ ਜਾਨੋ ਉੱਤਮ ਹੈ, ਸਭ ਕਾਲ ਰਹਿ ਹੈ। ਮੇਰੇ ਸਰੂਪ ਤੇ ਜਾਂ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ ਹੈ। ਪੂਜੋ ਚੰਦਨ ਕੇਸਰ ਕੋ ਘਾਸ, ਧੂਪ ਤੁਖਾਏ ਕ ਫੂਲ ਚੜਾਇਆ ਹੈ। ਆਖਿਆ ਗੁਰਸਿੱਖੋ ਆਪਣੇ ਤੋਂ ਵੱਡੇ ਅੱਗੇ ਝੁਕੀਦਾ ਹੈ, ਇਸ ਕਰਕੇ ਮੇਰੇ ਸਰੂਪ ਤੇ ਜਾਣਦੇ ਹੈ ਦੀਰਘ, ਮੇਰੇ ਸਰੂਪ ਤੋਂ ਕਿ ਗੁਰਬਾਣੀ ਵੱਡੀ ਹੈ ਤਾਂ ਅਸੀਂ ਨਮਸਕਾਰ ਕਰਦੇ ਹਾਂ। ਤੁਸੀਂ ਵੀ ਗੁਰਬਾਣੀ ਦਾ ਪੂਜਨ ਵੀ ਕਰੋ। ਪੂਜੋ ਚੰਦਨ ਕੇਸਰ ਕੋ ਘਾਸ, ਚੰਦਨ ਤੇ ਕੇਸਰ ਦਾ ਛਿੜਕਾਅ ਵੀ ਕਰੋ ਜਿੱਥੇ ਗੁਰਬਾਣੀ ਦਾ ਪ੍ਰਕਾਸ਼ ਕਰਨਾ ਹੈ। ਫੁੱਲ ਵੀ ਭੇਟ ਕਰੋ, ਸੁਗੰਧੀਆਂ ਵੀ ਛਿੜਕੋ, ਗੁਰਬਾਣੀ ਨੂੰ ਨਮਸਕਾਰ ਵੀ ਕਰੋ, ਅਦਬ ਵੀ ਕਰੋ, ਤੇ ਭਾਵਨਾ ਨਾਲ ਗੁਰਬਾਣੀ ਦੀ ਸੰਥਿਆ ਕਰਕੇ ਗੁਰਬਾਣੀ ਦਾ ਨਿਤਨੇਮ ਪਾਠ ਜਾਪ ਵੀ ਕਰੋ। ਗੁਰਬਾਣੀ ਪੜ੍ਹੋ ਵੀ, ਸੁਣੋ ਵੀ, ਆਪਣੇ ਜੀਵਨ ਵਿੱਚ ਵੀ ਧਾਰਨ ਕਰੋ। ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਖਾਲਸੇ ਨੂੰ ਸਿੱਖਿਆ ਦੇ ਰਹੇ, ਕਹਿੰਦੇ ਸਿੰਘੋ ਸ਼ਬਦ ਦੇ ਨਾਲ ਜੁੜੋ, ਨਿਸ਼ਚਾ ਕਰੋ ਸ਼ਬਦ ਮੇਰਾ ਹਿਰਦਾ ਹੈ। ਹਰੀ ਦੇ ਤੇ ਗੁਰੂ ਸਾਹਿਬ ਜੀ ਦੇ ਗੁਣਾਂ ਦੇ ਵਿੱਚ, ਜਸ ਦੇ ਵਿੱਚ ਆਪਣੇ ਮਨ ਨੂੰ ਪਰੋ ਦਿਓ। ਆਪਣੇ ਮਨ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ, ਜਸ ਨੂੰ, ਪਰਉਪਕਾਰਾਂ ਨੂੰ ਵਸਾਓ। ਗੁਰੂ ਸਾਹਿਬ ਜੀ ਦੇ ਜਸ ਨੂੰ ਵਸਾਓ ਆਪਣੇ ਮਨ ਵਿੱਚ, ਆਪਣੇ ਮਨ ਨੂੰ ਪਰੋ ਦਿਓ ਗੁਰੂ ਕੀ ਮਹਿਮਾ ਦੇ ਵਿੱਚ। ਜਦੋਂ ਤੁਸੀਂ ਸ਼ਬਦ ਨਾਲ ਮਿਲ ਜਾਓਗੇ, ਗੁਰਬਾਣੀ ਨਾਲ ਮਿਲ ਜਾਓਗੇ, ਫਿਰ ਸਾਡੇ ਤੋਂ ਨਿਆਰੇ ਨਹੀਂ ਹੋਵੋਗੇ ਤੁਸੀਂ। ਫਿਰ ਤੁਹਾਡੀ ਆਤਮਾ ਸ਼ਬਦ ਨਾਲ ਮਿਲ ਜਾਵੇਗੀ, ਤੁਹਾਡੀ ਰੂਹ ਸ਼ਬਦ ਨਾਲ ਮਿਲ ਜਾਵੇਗੀ। ਫਿਰ ਸਰੀਰ ਛੱਡਣ ਤੋਂ ਬਾਅਦ ਵੀ ਤੁਹਾਡਾ ਸਿੰਘੋ ਮੇਰੇ ਨਾਲੋਂ ਵਿਛੋੜਾ ਨਹੀਂ ਪਵੇਗਾ। ਫਿਰ ਤੁਸੀਂ ਮੇਰੇ ਨਾਲ ਮਿਲੇ ਰਹੋਗੇ ਜਦੋਂ ਅੰਦਰੋਂ ਮਿਲ ਗਏ। ਤੇ ਸਿੰਘੋ ਅਸੀਂ ਤੁਹਾਡੇ ਹਲਤ ਪਲਤ ਵਿੱਚ ਸਹਾਇਕ ਹੋਵਾਂਗੇ। ਲੋਕ ਤੇ ਪਰਲੋਕ ਦੇ ਵਿੱਚ ਸ਼ਬਦ ਰਾਖੀ ਕਰੇਗਾ, ਇਹ ਬਾਣੀ ਰਾਖੀ ਕਰੇ। ਜਿੱਥੇ ਸਾਧ ਸੰਗਤ ਜੀ ਕਿਸੇ ਨੇ ਨਹੀਂ ਪਹੁੰਚਣਾ, ਉੱਥੇ ਸ਼ਬਦ ਨੇ ਜਾਣਾ, ਸਾਡੇ ਸਰੀਰ ਨੇ ਨਹੀਂ ਜਾਣਾ। ਆ ਜਿਹੜਾ ਸਰੀਰ ਨਹੀਂ ਅੱਗੇ ਜਾਂਦਾ, ਸੂਖਮ ਸਰੀਰ ਜਾਂਦਾ, ਸਥੂਲ ਤੇ ਚੁੱਕ ਕੇ ਤੇ ਸੰਸਕਾਰ ਕਰ ਦਿੱਤਾ ਜਾਂਦਾ, ਸੂਖਮ ਜਾਂਦਾ। ਪਰ ਜਿੱਥੇ ਨਾਲ ਸਾਡੇ ਪਰਿਵਾਰ ਨੇ ਨਹੀਂ ਜਾਣਾ, ਸੰਸਾਰੀ ਦੌਲਤ ਨੇ ਨਹੀਂ ਜਾਣਾ, ਉੱਥੇ ਸਾਡੇ ਨਾਲ ਜੇ ਅਸੀਂ ਬਹਿ ਕੇ ਜਪਿਆ ਹੋਵੇਗਾ ਨਾ ਨਾਮ, ਇੱਕ ਤਿਲ ਜਿੰਨਾ ਵੀ ਇੱਕ ਵਾਰੀ ਵੀ ਆਖਿਆ ਹੋਵੇਗਾ ਨਾ, ਸਤਿਨਾਮ ਵਾਹਿਗੁਰੂ,
ਤੇ ਇੱਕ ਵਾਰੀ ਦਾ ਆਖਿਆ ਵੀ ਸਾਡੇ ਨਾਲ ਜਾਣਾ। ਇੱਕ ਵਾਰੀ ਸਭ ਮਾਈ ਭਾਈ ਕਹੋ ਪ੍ਰੇਮ ਨਾਲ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਹ ਨਾਲ ਜਾਵੇਗਾ ਵੀ ਇਸ ਸਮੇਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬਹਿ ਕੇ ਸਤਨਾਮ ਵਾਹਿਗੁਰੂ ਆਖਿਆ ਸੀ। ਇੱਕ ਤਿਲ ਨਹੀਂ ਭੰਨੈ ਘਾਲੇ, ਇੱਕ ਤਿਲ ਜਿੰਨੀ ਵੀ ਘਾਲ ਘਾਲੀ ਜਿਹੜੀ ਉਹ ਵਿਅਰਥ ਨਹੀਂ ਜਾਂਦੀ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉਥੇ ਨਾਮ ਨੇ ਨਾਲ ਜਾਣਾ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਿਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਗੁਰਮੁਖ ਨਾਮ ਜਪੋ ਮਨ ਮੇਰੇ, ਗੁਰਮੁਖ ਨਾਮ ਜਪੋ ਮਨ ਮੇਰੇ। ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ। ਨਾਨਕ ਪਾਵਹੁ ਸੁਖ ਕਨੇਰੇ, ਨਾਨਕ ਪਾਵਹੁ ਸੁਖ ਕਨੇਰੇ। ਸਤਿਗੁਰੂ ਕਹਿੰਦੇ ਸਿੰਘੋ ਸ਼ਬਦ ਨਾਲ ਜੁੜ ਜਾਓ ਤੇ ਸ਼ਬਦ ਲੋਕ ਤੇ ਪਰਲੋਕ ਵਿੱਚ ਸਹਾਈ ਹੋਵੇਗਾ। ਜਦੋਂ ਖਾਲਸਾ ਜੀ ਤੁਸੀਂ ਗੁਰਬਾਣੀ ਨਾਲ ਜੁੜੋਗੇ, ਸ਼ਬਦ ਨਾਲ ਜੁੜੋਗੇ, ਫਿਰ ਜਮਾਂ ਆਦਿਕਾਂ ਦਾ ਡਰ ਵੀ ਤੁਹਾਡਾ ਨਾਸ ਹੋ ਜਾਵੇਗਾ। ਜਮਦੂਤ ਤੁਹਾਡੇ ਨੇੜੇ ਨਹੀਂ ਆਉਣਗੇ। ਜਮਦੂਤ ਕਿਹਨਾਂ ਦੇ ਨੇੜੇ ਆਉਂਦੇ ਆ? ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਭੁਲਾ ਦਿੰਦੇ ਆ। ਜਮਦੂਤ ਕਿਹਨਾਂ ਦੇ ਨੇੜੇ ਆਉਂਦੇ ਆ? ਜਿਹੜੇ ਨਾਮ ਨੂੰ ਭੁਲਾ ਦਿੰਦੇ ਆ, ਗੁਰਬਾਣੀ ਨੂੰ ਵਿਸਾਰ ਦਿੰਦੇ, ਉਹਨਾਂ ਨੂੰ ਫੜਦੇ ਆ ਕੇ, ਉਹਨਾਂ ਦੇ ਸਿਰ 'ਚ ਮਾਰਦੇ ਡੰਡਾ। ਬੜਾ ਤਗੜਾ ਡੰਡਾ ਜਮਦੂਤਾਂ ਦਾ, ਸਹਾਰਿਆ ਨਹੀਂ ਜਾਂਦਾ। ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਪਰ ਕਹਿੰਦੇ ਮੈਂ ਬਚ ਗਿਆ। ਕਹਿੰਦੇ ਮੇਰੇ ਗੁਰੂ ਨੇ ਮੈਨੂੰ ਬਚਾ ਲਿਆ, ਨਹੀਂ ਤਾਂ ਸਹਾਰਿਆ ਨਹੀਂ ਜਾਣਾ ਸੀ ਜਮਾਂ ਦਾ ਸੋਟਾ। ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹਿ ਮਿਲਿਓ, ਤਿਨ ਲੀਆ ਅੰਚਲ ਲਾਏ। ਮੈਨੂੰ ਸਾਧੂ ਮਿਲ ਪਏ ਸ੍ਰੀ ਰਾਮਾਨੰਦ ਜੀ, ਉਹਨਾਂ ਨੇ ਮੈਨੂੰ ਆਪਣੇ ਪੱਲੇ ਲਾ ਲਿਆ, ਇਸ ਕਰਕੇ ਮੈਂ ਬਚ ਗਿਆ। ਗਰੀਬ ਨਵਾਜ ਕਹਿੰਦੇ ਸਿੰਘੋ ਤੁਹਾਡੇ ਨੇੜੇ ਜਮਦੂਤ ਨਹੀਂ ਆਉਣਗੇ। ਬਾਕੀਆਂ ਨੂੰ ਉਹ ਪੂਰਾ ਘੁੱਟਦੇ ਆ, ਗਲ 'ਚ ਸੰਗਲ ਪਾ ਕੇ ਖਿੱਚ ਕੇ ਲਿਜਾਂਦੇ ਆ। ਬਾਣੀ ਚਾਕਿਆ ਗਲ ਸੰਗਲ ਸਿਰ ਮਾਰੇ ਉਭੋ, ਗਲ 'ਚ ਸੰਗਲ ਪਾ ਕੇ ਸਿਰ 'ਚ ਸੋਟੇ ਮਾਰਦੇ, ਕੁੱਟ-ਕੁੱਟ ਕੇ ਲੈ ਕੇ ਜਾਂਦੇ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਪਰ ਨਾਮ ਉਹਨਾਂ ਦੇ ਨਾਲ ਜਾਣਾ ਜਿਨ੍ਹਾਂ ਨੇ ਜਪਿਆ ਹੋਇਆ। ਜਿਨ੍ਹਾਂ ਭੁੱਲ ਕੇ ਵਾਹਿਗੁਰੂ ਨਹੀਂ ਕਦੀ ਜ਼ਿੰਦਗੀ ਚ ਆਖਿਆ, ਉਹਨਾਂ ਦੇ ਨਾਲ ਨਾਮ ਕਿਵੇਂ ਚੱਲ ਜਾਵੇ? ਨਾਮ ਤਾਂ ਹੀ ਨਾਲ ਜਾਵੇਗਾ ਜੇ ਜਿਉਂਦਿਆਂ ਜਪਿਆ ਹੋਇਆ। ਤਾਂ ਗਰੀਬ ਨਵਾਜ ਸਾਹਿਬ ਅੰਮ੍ਰਿਤ ਬਾਣੀ 'ਚ ਕਹਿੰਦੇ ਆ ਕਿ ਧਰਮ ਰਾਜਾ ਤੇ ਜਮਦੂਤ ਉਹਨਾਂ ਨੂੰ ਹੀ ਕੁੱਟਦਾ ਜਿਹੜੇ ਪਾਪ ਕਰਦੇ, ਜਿਹੜੇ ਔਗਣ ਕਰਦੇ। ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਜਿਵੇਂ ਮਧਾਣੀ ਰਿੜਕਦੀ ਹੈ ਨਾ ਦਹੀਂ ਨੂੰ, ਲੱਸੀ ਵੱਖਰੀ ਮੱਖਣ ਵੱਖਰਾ ਕਰ ਦਿੰਦੀ, ਰਿੜਕ ਕੇ ਰੱਖ ਦਿੰਦਾ ਧਰਮ ਰਾਜਾ, ਲਿਆ ਹੀ ਨਹੀਂ ਰੱਖਦਾ ਮਾਸਾ। ਕਿਉਂਕਿ ਉੱਥੇ ਕਿਹੜਾ ਵੱਡੀ ਚੱਲਦੀ ਹੈ, ਇੱਥੇ ਵੱਡੀਆਂ ਚੱਲਦੀਆਂ, ਇੱਥੇ ਸਿਫਾਰਸ਼ਾਂ ਚੱਲਦੀਆਂ। ਇੱਥੇ ਝੂਠੇ ਨੂੰ ਸੱਚਾ ਬਣਾ ਦਿੱਤਾ ਜਾਂਦਾ ਤੇ ਸੱਚੇ ਨੂੰ ਝੂਠਾ ਉੱਥੇ ਰਗੜ ਕੇ ਰੱਖ ਦਿੰਦਾ ਅਗਲਾ। ਰਤੀਆਂ ਹੁਣ ਮਾਸਾ ਤੋਲ ਕਢਾਵਣਿਆ, ਬਾਣੀ ਚ ਆਖਿਆ। ਆਸਾ ਕੀ ਵਾਰ ਦੇ ਵਿੱਚ ਮਹਾਰਾਜ ਕਹਿੰਦੇ ਆ ਧਰਮ ਰਾਜਾ ਬਿਠਾਇਆ ਰੱਬ ਨੇ ਨਿਆਂ ਕਰਨ ਵਾਸਤੇ। ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ। ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ। ਮੂੰਹ ਕਾਲਾ ਕਰਕੇ ਨਰਕਾਂ ਨੂੰ ਤੋਰ ਦਿੰਦਾ। ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੇ ਧਰਮ ਬਹਾਲਿਆ। ਨਾਵੇਂ ਲਿਖਣ ਵਾਸਤੇ, ਹਿਸਾਬ ਕਿਤਾਬ ਕਰਨ ਵਾਸਤੇ ਧਰਮ ਰਾਜਾ ਬਿਠਾਇਆ ਹੋਇਆ ਪਰਮੇਸ਼ਰ ਨੇ। ਤੇ ਜਿਹੜੇ ਨਾਮ ਜਪਦੇ ਜਦੋਂ ਉਹ ਜਾਂਦੇ ਆ ਨਾ, ਤੇ ਧਰਮ ਰਾਜਾ ਵੀ ਆਸਣ ਤੋਂ ਉੱਠ ਕੇ ਹੱਥ ਜੋੜ ਕੇ ਖਲੋ ਜਾਂਦਾ। ਉਹ ਕਹਿੰਦਾ ਧੰਨ ਭਾਗ ਮੇਰੇ, ਤੁਸੀਂ ਆਏ ਜੇ ਨਾਮ ਜਪਣ ਵਾਲਿਓ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਿੱਖ ਆਏ ਆ। ਉਹ ਕਹਿੰਦਾ ਮੇਰੀ ਆ ਜੰਮਪੁਰੀ ਪਵਿੱਤਰ ਹੋ ਗਈ। ਨਾਲ ਹੀ ਬਚਨ ਆ ਪੰਜਵੇਂ ਪਾਤਸ਼ਾਹ ਦਾ, ਨਾਮ ਧਿਆਇਨ ਸਾਜਣਾ
ਜਨਮ ਪਦਾਰਥ ਜੀਤ, ਨਾਨਕ ਧਰਮੇ ਐਸੇ ਚਵਹਿ। ਚਵਹਿ ਨਾਮ ਉਹ ਕਹਿੰਦਾ ਵਾ, ਬੋਲਦਾ ਧਰਮ ਰਾਜਾ। ਨਾਨਕ ਧਰਮੇ ਐਸੇ ਚਵਹਿ, ਕੀਤੋ ਭਵਨ ਪੁਨੀਤ। ਕਹਿੰਦਾ ਮੇਰੇ ਭਵਨ ਹੀ ਪੁਨੀਤ ਕਰ ਦਿੱਤੇ। ਤੇ ਜਮਦੂਤ ਭੇਟਾ ਲੈ ਲੈ ਮਿਲਦੇ ਆ, ਉਹ ਭੇਟਾ ਦਿੰਦੇ ਨਾਮ ਜਪਣ ਵਾਲਿਆਂ ਨੂੰ। ਜਮਦੂਤ ਦੂਜਿਆਂ ਦੇ ਗਲ 'ਚ ਸੰਗਲ ਪਾ ਕੇ ਕੁੱਟਦੇ ਮਾਰਦੇ ਆ, ਤੇ ਨਾਮ ਜਪਣ ਵਾਲਿਆਂ ਨੂੰ ਭੇਟਾ ਲੈ ਕੇ ਨਮਸਕਾਰਾਂ ਕਰਦੇ। ਜਮਦੂਤ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਸਤਿਗੁਰੂ ਕਹਿੰਦੇ ਖਾਲਸਾ ਜੀ ਤੁਹਾਡੇ ਨੇੜੇ ਜਮਦੂਤ ਨਹੀਂ ਆਉਣਗੇ, ਤੁਸੀਂ ਸ਼ਬਦ ਨਾਲ ਜੁੜੋਗੇ, ਬਾਣੀ ਦਾ ਅਭਿਆਸ ਕਰੋਗੇ ਤਾਂ। ਕਲਗੀਧਰ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸੁਣ ਕਰਕੇ ਖਾਲਸੇ ਨੇ ਬੇਨਤੀ ਕੀਤੀ, ਹੇ ਸ੍ਰੀ ਪ੍ਰਭੂ ਜੀ ਸਾਡੇ ਸਾਰਿਆਂ ਦੇ ਮਨ ਵਿੱਚ ਵਿਚਾਰ ਹੈ। ਨੌਂ ਹੀ ਪਾਤਸ਼ਾਹੀਆਂ ਨੇ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੋਂ ਲੈ ਕੇ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੱਕ, ਨੌਵਾਂ ਪਾਤਸ਼ਾਹੀਆਂ ਤੱਕ ਅੰਤਲੇ ਸਮੇਂ ਸਾਰੇ ਸਤਿਗੁਰਾਂ ਨੇ ਤੇ ਸੰਗਤ ਨੂੰ ਅਗਲੇ ਗੁਰੂ ਸਾਹਿਬ ਜੀ ਦਾ ਲੜ ਫੜਾਇਆ ਹੈ ਸੀ। ਤੇ ਫਿਰ ਬੈਕੁੰਠ ਧਾਮ ਨੂੰ, ਸੱਚਖੰਡ ਨੂੰ ਜਾਣਾ ਕੀਤਾ ਗੁਰੂ ਸਾਹਿਬਾਂ ਨੇ। ਤੇ ਅਸੀਂ ਮਹਾਰਾਜ ਸਾਹਿਬ ਕਿਹਦੇ ਚਰਨਾਂ ਦੇ ਉੱਤੇ ਸਿਰ ਰੱਖੀਏ? ਸਾਨੂੰ ਕਿਸ ਦੇ ਮਹਾਰਾਜ ਆਸਰੇ ਕਰਕੇ ਆਪ ਚੱਲੇ ਹੋ? ਜੋ ਇਹ ਆਪ ਜੀ ਦਾ ਸਾਜਿਆ ਨਵਾਜਿਆ ਪੰਥ ਖਾਲਸਾ ਹੈ, ਭਲਾ ਚੰਗਾ। ਫਿਰ ਸੁਭਾਏਮਾਨ ਮੁਖ ਤੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਿਆਂ ਨੂੰ ਧੀਰਜ ਦਿੱਤੀ, ਹੌਸਲਾ ਦਿੱਤਾ। ਮਹਾਰਾਜ ਕਹਿਣ ਲੱਗੇ ਖਾਲਸਾ ਜੀ ਅਸੀਂ ਤੇ ਪਹਿਲਾਂ ਸਾਰੀ ਮਰਿਆਦਾ ਕਰ ਦਿੱਤੀ ਹੈ, ਤੁਹਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ ਹੈ। ਇਸ ਕਰਕੇ ਅੱਜ ਤੋਂ ਬਾਅਦ ਹੁਣ ਅੱਗੇ ਸਰੀਰਕ ਕੋਈ ਸਰੀਰਕ ਜਾਮਾ ਗੁਰੂ ਨਹੀਂ ਹੋਵੇਗਾ। ਹਾਂ ਖਾਲਸਾ ਪੰਜਾਂ ਦੇ ਰੂਪ ਦੇ ਵਿੱਚ ਗੁਰੂ ਦਾ ਰੂਪ ਹੈ, ਤੇ ਹੋਰ ਅੱਗੇ ਸਰੀਰਕ ਜਿਹੜੀ ਇਹ ਮਰਿਆਦਾ ਹੈ ਉਹ ਸਮਾਪਤ ਕਰ ਦਿੱਤੀ। ਹੁਣ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਤੁਹਾਡੇ ਸਤਿਗੁਰੂ ਆ। ਅਸੀਂ ਤੁਹਾਨੂੰ ਇਹ ਸਿੱਖਿਆ ਦਿੱਤੀ ਹੈ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ। ਬਾਕੀ ਖਾਲਸਾ ਤੁਸੀਂ ਸਾਡਾ ਰੂਪ ਹੋ। ਤੋ ਗਰੀਬ ਨਵਾਜ ਸਾਹਿਬ ਕਹਿਣ ਲੱਗੇ ਅਸੀਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਬਾਕੀ ਖਾਲਸਾ ਜੀ ਤੁਹਾਡੀ ਜਿਹੜੀ ਗੰਢ ਹੈ ਨਾ, ਗੰਢ ਮੈਨੇ ਸਾਂਝ, ਗੰਢ ਮੈਨੇ ਪ੍ਰੀਤੀ। ਮਹਾਰਾਜ ਕਹਿੰਦੇ ਤੁਹਾਡੀ ਗੰਢ ਤੇ ਅਸੀਂ ਅਕਾਲ ਪੁਰਖ ਨਾਲ ਸਿੱਧੀ ਪਾ ਦਿੱਤੀ ਆ। ਤੁਹਾਡਾ ਸਿੱਧਾ ਤਾਲੁਕ ਜਿਹੜਾ ਨਾ ਉਹ ਅਕਾਲ ਪੁਰਖ ਦੇ ਨਾਲ ਹੈ, ਤੁਹਾਡਾ ਨਾਤਾ ਅਕਾਲ ਪੁਰਖ ਦੇ ਨਾਲ। ਤੁਸੀਂ ਅਕਾਲ ਦੀ ਫੌਜ ਹੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਸੀਂ ਤਾਂ ਭੁੱਲ ਜਾਂਦੇ ਹਾਂ ਸਾਧ ਸੰਗਤ ਜੀ ਕਿ ਸਾਡਾ ਰਿਸ਼ਤਾ ਮਹਾਰਾਜ ਨੇ ਕਿਹਦੇ ਨਾਲ ਜੋੜਿਆ। ਅਸੀਂ ਤੇ ਥੱਲੇ ਥੱਲੇ ਹੀ ਰਿਸ਼ਤੇ ਬਣਾਈ ਫਿਰਦੇ ਆ ਨਾ। ਸਾਡਾ ਤੇ ਬਹੁਤ ਵੱਡਾ ਰਿਸ਼ਤਾ ਮਹਾਰਾਜ ਨੇ ਬਣਾਇਆ। ਸਾਡਾ ਨਾਤਾ ਸਿੱਧਾ ਅਕਾਲ ਪੁਰਖ ਦੇ ਨਾਲ ਆ। ਹੁਣ ਚੇਤੇ ਤੇ ਤਾਂ ਹੀ ਰਹੂਗਾ ਜੇ ਅਸੀਂ ਦਸਮ ਪਾਤਸ਼ਾਹ ਦੀ ਬਾਣੀ ਪੜ੍ਹੀਏ, ਮਹਾਰਾਜ ਦਾ ਇਤਿਹਾਸ ਪੜ੍ਹੀਏ, ਸੁਣੀਏ, ਗੁਰੂ ਕੀ ਬਾਣੀ ਪੜ੍ਹੀਏ। ਸਾਨੂੰ ਭੁੱਲ ਜਾਂਦਾ, ਅਸੀਂ ਹੋਰ ਹੀ ਪਾਸੇ ਰਿਸ਼ਤੇ ਲਾ ਕੇ ਬਹਿ ਜਾਂਦੇ। ਆ ਪਿੰਡਾਂ ਪਿੰਡਾਂ ਦੇ ਵਿੱਚ ਹੁਣ ਅੱਗੇ ਹਾੜ ਦਾ ਮਹੀਨਾ ਸ਼ੁਰੂ ਹੋ ਜਾਣਾ, ਤੇ ਹਾੜ ਤੇ ਸੌਣ, ਪਤਾ ਨਹੀਂ ਕਿੱਥੇ ਕਿੱਥੇ ਸਿੱਖਾਂ ਨੇ ਰਿਸ਼ਤੇ ਲਾਏ ਹੋਏ ਆ। ਇੰਨੇ ਮੇਲੇ ਮਨਾਉਂਦੇ ਪਿੰਡਾਂ 'ਚ, ਕਦੀ ਕਿਸੇ ਬਾਬੇ ਦਾ, ਕਦੀ ਕਿਸੇ ਬਾਬੇ ਦਾ, ਹੋਰ ਹੀ ਕਬਰਾਂ ਵੀ ਮੁਸਲਮਾਨ ਭਰਾ ਮਨਾਉਣ ਤੇ ਉਹਨਾਂ ਨੂੰ ਚਲੋ ਜਿਵੇਂ ਉਹਨਾਂ ਦੇ ਵਾਸਤੇ ਉਹ ਤਾਂ ਮਨਾਉਣ, ਪਰ ਕਿਰਪਾਨ ਧਾਰੀ ਤੇ ਨਾ ਮਨਾਉਣ ਜਿਨ੍ਹਾਂ ਨੇ ਕਿਰਪਾਨ ਪਾਈ ਗਾਤਰੇ। ਸਤਿਗੁਰੂ ਕਹਿੰਦੇ ਖਾਲਸਾ ਜੀ ਤੁਹਾਡਾ ਜਿਹੜਾ ਰਿਸ਼ਤਾ ਨਾਤਾ ਵਾ, ਸੰਬੰਧ ਵਾ, ਸਿੱਧਾ ਅਕਾਲ ਪੁਰਖ ਦੇ ਨਾਲ ਪਾਇਆ ਹੈ। ਤੁਹਾਨੂੰ ਅਕਾਲ ਪੁਰਖ ਦੇ ਲੜ ਲਾ ਕੇ ਤੇ ਅਕਾਲ ਪੁਰਖ ਦਾ ਪੱਲਾ ਫੜਾਇਆ ਹੈ। ਇਸ ਕਰਕੇ ਤੁਸੀਂ ਸਦਾ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਰਹੋ। ਤੁਸੀਂ ਹੋਰ ਕਿਸੇ ਦੀ ਸ਼ਰਨ ਨਹੀਂ ਲੈਣੀ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਤੇ ਅਕਾਲ ਪੁਰਖ ਦੀ ਸ਼ਰਨ ਵਿੱਚ ਰਹਿਣਾ ਹੈ। ਹੋਰ ਕਿਸੇ ਦੀ ਆਸਾ ਹੀ ਨਹੀਂ ਰੱਖਣੀ। ਹੋਰ ਕਿਸੇ ਦੀ ਆਸਾ ਨਹੀਂ ਤੁਸੀਂ ਮਨ ਵਿੱਚ ਲਿਆਉਣੀ। ਇੱਥੇ ਇੱਕ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਸਾਧ ਸੰਗਤ ਜੀ ਵਿਚਾਰ ਲਈਏ ਨਾਲ।
होर ਇਹਦੀ ਸਮਝ ਜ਼ਿਆਦਾ ਪੈ ਜਾਵੇਗੀ ਇਸ ਬਚਨ ਦੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਜਿਹੜਾ ਖਜ਼ਾਨਾ ਸਮੁੰਦਰ ਵਿੱਚੋਂ ਮਿਲਦਾ ਨਾ, ਉਹ ਛੱਪੜਾਂ ਚੋਂ ਨਹੀਂ ਉਹ ਮਿਲਦਾ ਹੁੰਦਾ। ਭਾਈ ਸਾਹਿਬ ਜੀ ਦੇ ਬਚਨ, ਭਾਈ ਗੁਰਦਾਸ ਸਾਹਿਬ ਜੀ ਉਹ ਕਹਿੰਦੇ ਵੀ ਕੋਈ ਚੜ੍ਹਦੇ ਤੋਂ ਲੈ ਕੇ ਲਹਿੰਦੇ ਤੱਕ ਜਿੱਥੋਂ ਦੀ ਮਰਜ਼ੀ ਭੱਜਾ ਫਿਰੇ, ਜਿਹੜੀ ਬਖਸ਼ਿਸ਼ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਹੋਣੀ ਨਾ, ਕਿਸੇ ਦੇਵੀ ਦੇਵਤੇ ਕੋਲੋਂ, ਕਿਸੇ ਕਬਰ ਮੜੀ ਮੱਟ ਦੇ ਕੋਲੋਂ, ਕਿਸੇ ਭੂਤ ਪ੍ਰੇਤ ਦੇ ਕੋਲੋਂ ਕਿਤੋਂ ਨਹੀਂ ਜੇ ਮਿਲਣਾ ਹੋਰ ਕੋਈ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵੱਡਾ ਤੇ ਕੋਈ ਹੈ ਨਹੀਂ। ਅਕਾਲ ਪੁਰਖ ਦਾ ਪ੍ਰਤੱਖ ਸਰੂਪ ਸਤਿਗੁਰੂ ਆ, ਨਿਰਗੁਣ ਆਪ ਸਰਗੁਣ ਪੀਓ। ਭਾਈ ਸਾਹਿਬ ਨੇ ਕੁਝ ਉਦਾਹਰਨਾਂ ਦਿੱਤੀਆਂ। ਪਹਿਲੀ ਉਹ ਕਹਿੰਦੇ ਵੀ ਅੰਬ ਖਾਣ ਦੀ ਇੱਛਾ ਹੋਵੇ ਨਾ, ਤੇ ਇਮਲੀ ਖਾ ਕੇ ਨਹੀਂ ਪੂਰੀ ਹੁੰਦੀ। ਇਮਲੀ ਆਪਦੇ ਥਾਂ ਤੇ, ਅੰਬ ਆਪਦੇ ਥਾਂ ਤੇ ਆ। ਕਹਿੰਦੇ ਪਿਤਾ ਦਾ ਜਿਹੜਾ ਪਿਆਰ ਹੈ ਨਾ, ਉਹ ਪਿਤਾ ਕੋਲੇ ਹੀ ਮਿਲਦਾ। ਆਂਢੀ ਗੁਆਂਢੀ ਚਾਚੇ ਤਾਏ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਨਹੀਂ ਗੱਲ ਬਣਦੀ। ਭਾਵੇਂ ਕਿਹਾ ਤੇ ਜਾਂਦਾ ਵਾ ਵੀ ਇਹ ਪਿਤਾ ਵਰਗਾ ਹੀ ਆ ਜੀ, ਵਰਗੇ ਦੇ ਵਿੱਚ ਫਰਕ ਹੁੰਦਾ ਵਾ। ਪਿਤਾ ਪਿਤਾ ਹੀ ਹੁੰਦਾ ਵਾ ਤੇ ਆਂਢੀ ਗੁਆਂਢੀ ਹੁੰਦੇ। ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ। ਸਾਗਰ ਕੀ ਨਿੱਧ ਕਤ ਪਾਈਐਤ ਪੋਖਰ ਸੈ। ਸਮੁੰਦਰ ਦਾ ਖਜ਼ਾਨਾ ਕਹਿੰਦੇ ਛੱਪੜ ਚੋਂ ਨਹੀਂ ਮਿਲਦਾ। ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਤੇ ਸੂਰਜ ਦੇ ਬਰਾਬਰ ਦੀਵੇ ਦਾ ਚਾਨਣਾ ਨਹੀਂ ਪਹੁੰਚ ਸਕਦਾ। ਇੱਕ ਦੀਵੇ ਦਾ ਤੇ ਪਹੁੰਚਣਾ ਕੀ ਆ, ਲੱਖਾਂ ਦੀਵੇ ਵੀ ਹੋਣ ਤੇ ਤਾਂ ਵੀ ਸੂਰਜ ਦਾ ਮੁਕਾਬਲਾ ਨਹੀਂ ਕਰ ਸਕਦੇ। ਇੰਦਰ ਵਰਖਾ ਸਮਾਨ ਕੁਜਸ ਨਾ ਕੂਪ ਜਲ, ਮੀਂਹ ਦੇ ਬਰਾਬਰ, ਵਰਖਾ ਦੇ ਬਰਾਬਰ ਖੂਹ ਦਾ ਪਾਣੀ ਨਹੀਂ ਪਹੁੰਚ ਸਕਦਾ। ਚੰਦਨ ਸੁਬਾਸ ਨਾ ਪਲਾਸ ਮਹਿਕਾਈਐ, ਚੰਦਨ ਦੀ ਸ੍ਰੇਸ਼ਟ ਸੁਗੰਧੀ ਦੇ ਬਰਾਬਰ ਆ ਢੱਕ ਪਲਾਹ ਦਾ ਜਿਹੜਾ ਦਰਖਤ ਹੁੰਦਾ ਵਾ, ਫੁੱਲ ਤਾਂ ਬੜੇ ਗੁਲਾਬੀ ਗੁਲਾਬੀ ਲੱਗਦੇ ਉਹਨੂੰ, ਪਰ ਉਹਨਾਂ 'ਚ ਸੁਗੰਧੀ ਨਹੀਂ ਹੁੰਦੀ। ਉਹ ਨਹੀਂ ਪੁੱਜ ਸਕਦਾ ਚੰਦਨ ਦੇ ਬਰਾਬਰ। ਚੰਦਨ ਦਾ ਬੂਟਾ ਤੇ ਸਾਰੇ ਜੰਗਲ ਦੇ ਵਿੱਚ ਸੁਗੰਧੀ ਫੈਲਾ ਦਿੰਦਾ, ਤੇ ਪਲਾਹ ਦੇ ਬੂਟੇ ਦੇ ਵਿੱਚ ਆਪਣੇ ਵਿੱਚ ਹੀ ਸੁਗੰਧੀ ਨਹੀਂ ਹੈ। ਚੰਦਨ ਸੁਬਾਸ ਨਾ ਪਲਾਸ ਮਹਿਕਾਈਐ। ਇੰਨੀਆਂ ਉਦਾਹਰਨਾਂ ਦੇ ਕੇ ਫਿਰ ਕਹਿੰਦੇ ਸ੍ਰੀ ਗੁਰ ਦਇਆਲ ਕੀ ਦਇਆ ਨਾ ਆਣ ਦੇਵ ਮੈਂ, ਜੋ ਖੰਡ ਬ੍ਰਹਮੰਡੇ ਉਹਦੇ ਅਸਤ ਲਉਤਾਈਐ ਸਿਖਾ। ਭਾਵੇਂ ਚੜ੍ਹਦੇ ਤੋਂ ਲਹਿੰਦੇ ਤੱਕ ਖੰਡਾਂ ਬ੍ਰਹਮੰਡਾਂ ਦੀ ਜਿੱਥੋਂ ਮਰਜ਼ੀ ਭੱਜਾ ਫਿਰ, ਜਿਹੜੀ ਦਇਆ ਜਿਹੜੀ ਬਖਸ਼ਿਸ਼ ਗੁਰੂ ਘਰ ਤੋਂ ਤੈਨੂੰ ਮਿਲਣੀ ਉਹ ਕਿਤੋਂ ਨਹੀਂ ਉਹ ਮਿਲਣੀ। ਐਵੇਂ ਨਾ ਟੱਕਰਾਂ ਮਾਰੀ ਤੇ ਸ੍ਰੀ ਅਕਾਲ ਵੀ ਗੁਰੂ ਦੇ ਦਰ ਤੋਂ ਹੀ ਸਾਰਾ ਖਜ਼ਾਨਾ ਮਿਲਣਾ। ਬਾਣੀ 'ਚ ਤੇ ਮਹਾਰਾਜ ਨੇ ਬੇਅੰਤ ਵਾਰੀ ਐਸੇ ਬਚਨ ਕਹੇ ਕਿ ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਪਰ ਗੱਲ ਮੱਥੇ ਦੇ ਭਾਗਾਂ ਦੀ ਵੀ ਹੈ। ਜਿੰਨਾ ਚਿਰ ਮਸਤਕ ਦੇ ਭਾਗ ਨਹੀਂ ਗਏ ਉਹਨਾਂ ਚਿਰ ਭੱਜਣਾ ਹੀ ਫਿਰਨਾ। ਜਦੋਂ ਮੱਥੇ ਦੇ ਭਾਗ ਜਾਗੇ ਫਿਰ ਗੁਰੂ ਦੇ ਦਰ ਤੇ ਆਵੇਗਾ। ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਵੀ ਹੋਰ ਕਿਸੇ ਦੀ ਆਸਾ ਨਹੀਂ ਰੱਖਣੀ ਹੈ। ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਏ ਜੀ। ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਲੋਕ ਸੁਖੀ ਕਰ ਲੋਕ ਸੰਤੋਸ਼ਾ। ਸਿੰਘੋ ਜਦੋਂ ਗੁਰਬਾਣੀ ਦੇ ਅਭਿਆਸ ਦੇ ਦੁਆਰਾ ਤੁਸੀਂ ਵਾਹਿਗੁਰੂ ਦੀ ਸ਼ਰਨ ਵਿੱਚ ਰਹੋਗੇ ਨਾ, ਫਿਰ ਲੋਕ ਵੀ ਤੁਹਾਡਾ ਸੁਖੀ ਹੋ ਜਾਵੇਗਾ ਤੇ ਪਰਲੋਕ ਵੀ ਸੰਤੋਖ ਦੇ ਸਹਿਤ ਹੋ ਜਾਵੇਗਾ। ਪਰਲੋਕ ਵਾਸਤੇ ਵੀ ਤੁਹਾਡੀ ਤਸੱਲੀ ਹੋ ਜਾਵੇਗੀ, ਤੁਹਾਨੂੰ ਸੰਤੋਖ ਪ੍ਰਾਪਤ ਹੋਵੇਗਾ, ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਨਿਤਾ ਪ੍ਰਤੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਰੋਸਾ ਰੱਖਣਾ। ਖਾਲਸਾ ਜੀ ਗੁਰਬਾਣੀ ਉੱਤੇ ਯਕੀਨ ਰੱਖਣਾ ਆਪਣਾ। ਸਾਰੇ ਗੁਰੂ ਸਾਹਿਬਾਂ ਦੀ ਬਾਣੀ ਪੜ੍ਹਨੀ ਹੈ। ਸਰਬ ਗੁਰਨ ਕੀ ਬਾਣੀ, ਇਹਦੇ ਵਿੱਚ ਆ ਗਿਆ ਦਸਮ ਪਾਤਸ਼ਾਹ ਦੀ ਵੀ ਬਾਣੀ ਪੜ੍ਹਨੀ। ਸਾਰੇ ਗੁਰੂ ਸਾਹਿਬਾਂ ਦੀ ਬਾਣੀ ਪੜ੍ਹਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਦਸਮ ਪਾਤਸ਼ਾਹ ਦੀ ਬਾਣੀ, ਬਾਕੀ ਗੁਰੂ ਕੇ ਸਿੱਖਾਂ ਦੀ ਵੀ ਬਾਣੀ ਜਿਹੜੀ ਮਹਾਰਾਜ ਨੇ ਪ੍ਰਵਾਨ ਕੀਤੀ ਹੋਈ, ਭਾਈ ਗੁਰਦਾਸ ਸਾਹਿਬ ਜੀ, ਭਾਈ ਨੰਦ ਲਾਲ ਸਾਹਿਬ, ਸਾਰੇ ਗੁਰੂ ਸਾਹਿਬਾਂ ਦੀ ਗੁਰਸਿੱਖੋ ਖਾਲਸਾ ਜੀ ਬਾਣੀ ਪੜ੍ਹਨੀ ਹੈ। ਤੇ ਰਹਿਤ ਉਹ ਰੱਖਣੀ ਜਿਹੜੀ ਅਸੀਂ ਦੱਸੀ ਆ ਤੁਹਾਨੂੰ। ਬਾਣੀ ਸਾਰੇ ਗੁਰੂ ਸਾਹਿਬਾਂ ਦੀ ਪੜ੍ਹੋ ਤੇ ਰਹਿਤ ਸਾਡੀ ਰੱਖੋ ਜੋ ਅਸੀਂ ਦੱਸੀ ਤੁਹਾਨੂੰ, ਉਹ ਰੱਖੋ। ਇਸ ਕਰਕੇ ਕਈ ਕਹਿੰਦੇ ਆ ਨਾ, ਉਹ ਕਹਿੰਦੇ ਜੀ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ। ਕਹਿੰਦੇ ਅਸੀਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਹਾਂ, ਇਹ ਨਿਸ਼ਚਕ ਸਿੰਘ ਦਾ ਹੋਣਾ ਚਾਹੀਦਾ, ਸਿੱਖ ਦਾ ਹੋਣਾ ਚਾਹੀਦਾ।
ਪਰ ਇਹ ਵੀ ਤਰਕ ਦੇ ਆਧਾਰ ਤੇ ਨਹੀਂ ਹੋਣਾ ਚਾਹੀਦਾ। ਕਈ ਫਿਰ ਇਸ ਤਰੀਕੇ ਨਾਲ ਕਹਿੰਦੇ ਨਾ, ਉਹ ਕਹਿੰਦੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਿਹੜੀ ਬਾਣੀ ਉਹਨੂੰ ਨਹੀਂ ਮੰਨਦੇ, ਵੀ ਬਾਹਰ ਤਾਂ ਸਾਡਾ ਬਹੁਤ ਖਜ਼ਾਨਾ, ਨਿਤਨੇਮ ਸਾਡਾ ਬਾਹਰ ਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ। ਜਾਪ ਸਾਹਿਬ ਬਾਹਰ, ਸਵਈਏ ਬਾਹਰ, ਚੌਪਈ ਸਾਹਿਬ ਬਾਹਰ, ਅਰਦਾਸ ਬਾਹਰ ਹੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਅਰਦਾਸ ਵੀ ਨਹੀਂ ਲਿਖੀ। ਹੁਣ ਪੰਜਾਂ ਕਕਾਰਾਂ ਦੀ ਰਹਿਤ ਉਹ ਦਸਮ ਪਾਤਸ਼ਾਹ ਦੇ ਹੁਕਮਨਾਮਿਆਂ ਚੋਂ ਹੀ ਮਹਾਰਾਜ ਨੇ ਆਖਿਆ ਬਾਣੀ ਸਾਰੇ ਗੁਰੂ ਸਾਹਿਬਾਂ ਦੀ ਪੜ੍ਹੋ, ਪਰ ਰਹਿਤ ਉਹ ਰੱਖੋ ਜਿਹੜੀ ਅਸੀਂ ਦੱਸੀ ਤੁਹਾਨੂੰ। ਹੁਣ ਸਿੱਖ ਆਖੇਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਲਿਖਿਆ ਹੀ ਨਹੀਂ ਜੀ ਸਰਬਲੋਹ ਦਾ ਕੜਾ ਪਾਓ, ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਤਾਂ ਲਿਖਿਆ ਹੀ ਨਹੀਂ ਜੀ ਵੀ ਕਛਹਿਰਾ ਪਾਓ। ਕੋਈ ਇਸ ਤਰ੍ਹਾਂ ਵੀ ਤਰਕ ਕਰ ਸਕਦਾ, ਕਹਿੰਦੇ ਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਤੇ ਫਿਰ ਕਹਿਣਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਲਿਖਿਆ ਹੀ ਨਹੀਂ ਵੀ ਕਿਰਪਾਨ ਪਾਓ। ਮਹਾਰਾਜ ਨੇ ਆਖਿਆ ਬਾਣੀ ਪੜ੍ਹੋ ਸਾਰੇ ਗੁਰੂ ਸਾਹਿਬਾਂ ਦੀ, ਪਰ ਰਹਿਤ ਜੋ ਅਸੀਂ ਤੁਹਾਨੂੰ ਦੱਸੀ ਆ ਖਾਲਸੇ ਦੀ, ਪੰਜਾਂ ਕਕਾਰਾਂ ਦੀ ਰਹਿਤ ਉਹ ਰੱਖੋ। ਤੇ ਇਸ ਕਰਕੇ ਪਾਇਓ ਅਕਾਲ ਪੁਰਖ ਕੀ ਗੋਦ, ਅਕਾਲ ਪੁਰਖ ਦੀ ਗੋਦ ਵਿੱਚ ਤੁਹਾਨੂੰ ਪਾਇਆ ਹੈ। ਇਸ ਕਰਕੇ ਖਾਲਸਾ ਜੀ ਇਹ ਪੰਥ ਖਾਲਸਾ ਖੁਸ਼ੀਆਂ ਲਵੇਗਾ, ਆਨੰਦ ਲਵੇਗਾ, ਕਿਉਂਕਿ ਤੁਹਾਨੂੰ ਅਕਾਲ ਪੁਰਖ ਦੀ ਗੋਦ ਵਿੱਚ ਪਾਇਆ ਤੇ ਤੁਹਾਡਾ ਰਾਖਾ ਅਕਾਲ ਪੁਰਖ ਹੈ। ਤੇ ਜਿਹਦਾ ਰਾਖਾ ਅਕਾਲ ਪੁਰਖ ਹੋਵੇ ਉਹਨੂੰ ਤੱਤੀ ਵਾਹ ਨਹੀਂ ਲੱਗਣੀ ਸਾਧ ਸੰਗਤ। ਜਿਹਦਾ ਰਾਖਾ ਆਪ ਵਾਹਿਗੁਰੂ ਆ, ਇਹ ਖਾਲਸਾ ਤੇ ਉਹਦੀ ਖੁਸ਼ੀ ਚੋਂ ਪੈਦਾ ਹੋਇਆ। ਅਸੀਂ ਕਈ ਵਾਰੀ ਕਹਿਣ ਲੱਗ ਪੈਂਦੇ ਆ, ਹਾਂ ਢਿੱਲ ਮੱਠ ਜੀ ਤੇ ਆਉਂਦੀ ਰਹਿੰਦੀ ਆ, ਰੁੱਤਾਂ ਬਦਲਦੀਆਂ ਰਹਿੰਦੀਆਂ, ਕਦੀ ਬਸੰਤ ਦਾ ਵੇਲਾ ਹੁੰਦਾ ਵਾ, ਕਦੀ ਪਤਝੜ ਹੁੰਦੀ ਆ, ਸਮੇਂ ਬਦਲਦੇ ਰਹਿੰਦੇ ਆ। ਪਰ ਕਈ ਵਾਰੀ ਐਸਾ ਖਿਆਲ ਜਿਹਾ ਕਈ ਕਰਦੇ ਹੀ ਆ ਨਾ ਗੁਰਸਿੱਖ ਵੀ ਆ ਹੁਣ ਕਿਵੇਂ ਆ, ਕਹਿੰਦੇ ਵੀ ਖਾਲਸਾ ਤੇ ਸਮਾਪਤ ਹੋ ਚੱਲਿਆ ਜੀ। ਇਹ ਨਹੀਂ ਸਮਾਪਤ ਹੁੰਦਾ, ਇਹਨੂੰ ਸਮਾਪਤ ਕਰਨ ਵਾਲੇ ਸਮਾਪਤ ਹੋ ਗਏ, ਇਹਨੂੰ ਖਤਮ ਕਰਨ ਵਾਲੇ ਖਤਮ ਹੋ ਗਏ। ਇਸ ਕਰਕੇ ਇਹ ਤਾਂ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣ ਵਾਲਾ। ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਗੋਦ ਵਿੱਚ ਤੁਹਾਨੂੰ ਪਾਇਆ, ਕਿਉਂਕਿ ਖਾਲਸਾ ਪ੍ਰਗਟ ਹੀ ਵਾਹਿਗੁਰੂ ਦੀ ਮੌਜ ਵਿੱਚੋਂ ਹੋਇਆ। ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੀ ਖੁਸ਼ੀ ਵਿੱਚੋਂ ਖਾਲਸੇ ਨੂੰ ਪੈਦਾ ਕੀਤਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਤੇ ਜੋ ਪਰਮਾਤਮਾ ਦੀ ਮੌਜ ਵਿੱਚੋਂ ਪੈਦਾ ਹੋਇਆ ਉਹਨੂੰ ਖਤਮ ਕੌਣ ਕਰ ਸਕਦਾ ਭਲਾ? ਇਹ ਤੇ ਗੱਲ ਕਹਿਣੀ ਵੀ ਵਿਅਰਥੀ ਹੈ, ਕਿਉਂਕਿ ਜਿਹਨੂੰ ਪੈਦਾ ਹੀ ਪਰਮੇਸ਼ਰ ਨੇ ਕੀਤਾ ਹੈ, ਜਿਹਦਾ ਮਾਲਕ ਹੀ ਵਾਹਿਗੁਰੂ ਹੈ, ਉਹਨੂੰ ਕੌਣ ਖਤਮ ਕਰੇਗਾ? ਮਹਾਰਾਜ ਕਹਿੰਦੇ ਇਸ ਕਰਕੇ ਤੁਹਾਨੂੰ ਪਰਮੇਸ਼ਰ ਦੀ ਗੋਦ ਵਿੱਚ ਪਾਇਆ ਹੈ ਸਿੰਘੋ। ਤੇ ਜਿੱਥੇ ਪੰਜ ਸਿੰਘ ਮਿਲਣਗੇ ਰਹਿਤ ਵਿੱਚ ਤਿਆਰ ਬਰ ਤਿਆਰ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਖਾਲਸਾ ਜੀ ਮੇਰਾ ਹੀ ਸਰੂਪ ਉਹਨਾਂ ਪੰਜਾਂ ਨੂੰ ਤੁਸੀਂ ਵੇਖਣਾ। ਜਿੱਥੇ ਰਹਿਤ ਵਿੱਚ ਤਿਆਰ ਬਰ ਤਿਆਰ, ਪੰਜਾਂ ਕਕਾਰਾਂ ਦੀ ਰਹਿਤ ਵਿੱਚ ਰਹਿਣ ਵਾਲੇ ਗੁਰਬਾਣੀ ਦੇ ਨਿਤਨੇਮੀ ਪ੍ਰੇਮੀ ਨਾਮ ਰਸੀਏ, ਤੇ ਉਹ ਫਿਰ ਪੰਜ ਸਿੰਘਾਂ ਨੂੰ ਮੇਰਾ ਹੀ ਰੂਪ ਵੇਖੋ, ਉਹਨਾਂ ਸਿੰਘਾਂ ਵਿੱਚ ਮੇਰਾ ਹੀ ਵਾਸਾ ਹੋਵੇਗਾ। ਜੋ ਵੀ ਉਹਨਾਂ ਸਿੰਘਾਂ ਨੂੰ, ਪੰਜਾਂ ਸਿੰਘਾਂ ਦੀ ਸੇਵਾ ਵਿੱਚ ਭੋਜਨ ਉਹਨਾਂ ਨੂੰ ਦੇਵੇਗਾ, ਵਸਤਰ ਭੇਟ ਕਰੇਗਾ। ਪੰਜਾਂ ਸਿੰਘਾਂ ਦੀ ਸੇਵਾ ਕਰਨ ਵਾਲਾ ਜੋ ਭੋਜਨ ਛਕਾਵੇਗਾ, ਲੰਗਰ ਪਾਣੀ ਛਕਾਵੇਗਾ, ਵਸਤਰ ਭੇਟ ਕਰੇਗਾ, ਉਹ ਪੰਜਾਂ ਦੇ ਰਾਹੀਂ ਉਹ ਮੈਨੂੰ ਪਹੁੰਚੇਗਾ। ਮਹਾਰਾਜ ਕਹਿੰਦੇ ਉਹ ਸਾਡੀ ਸੇਵਾ ਹੋਵੇਗੀ, ਪੰਜਾਂ ਸਿੰਘਾਂ ਦੀ ਸੇਵਾ। ਤੇ ਪੰਜਾਂ ਸਿੰਘਾਂ ਦੀ ਸੇਵਾ ਕਰਕੇ ਉਹਨਾਂ ਤੋਂ ਮਨੋ ਕਾਮਨਾ ਪ੍ਰਾਪਤ ਹੋਣਗੀਆਂ। ਜਿਹੜਾ ਸ਼ਰਧਾ ਧਾਰੇਗਾ ਨਾ ਪੰਜਾਂ ਸਿੰਘਾਂ ਦੇ ਉੱਤੇ, ਉਹਦੀ ਚਿੰਤਾ ਤੇ ਉਹਦੇ ਦੁੱਖ ਨਾਸ ਹੋ ਜਾਣਗੇ। ਸਿੰਘੋ ਪੰਜਾਂ ਸਿੰਘਾਂ ਦੇ ਵਿੱਚ, ਰਹਿਤ ਵਿੱਚ ਤਿਆਰ ਬਰ ਤਿਆਰ ਸਿੰਘਾਂ ਦੇ ਵਿੱਚ ਮੇਰਾ ਵਾਸਾ ਹੈ। ਜੋ ਪੰਜਾਂ ਸਿੰਘਾਂ ਤੋਂ ਅਰਦਾਸ ਬੇਨਤੀ ਕਰਾਵੇਗਾ, ਪੰਜਾਂ ਸਿੰਘਾਂ ਦੀ ਸੇਵਾ ਕਰੇਗਾ, ਤੇ ਉਹਨਾਂ ਦੀ ਆਸਾ ਪੂਰੀ ਹੋਵੇਗੀ। ਅਸੀਂ ਆਪ ਮਾਰੇ ਕਹਿੰਦੇ ਪੂਰੀ ਕਰਾਂਗੇ। ਸਿੰਘੋ ਜਿੱਥੇ ਬਾਣੀ ਦਾ ਅਭਿਆਸ ਕਰਨਾ, ਉੱਥੇ ਤੁਸੀਂ ਹਥਿਆਰਾਂ ਦੀ ਵਿਦਿਆ ਦਾ ਵੀ ਅਭਿਆਸ ਕਰਨਾ, ਸ਼ਸਤਰ ਵਿਦਿਆ ਦਾ ਵੀ ਅਭਿਆਸ ਕਰਨਾ ਹੈ। ਸੂਰਬੀਰ ਬਣ ਕੇ ਜਿਹੜੇ ਜ਼ਾਲਮ ਦੁਸ਼ਟ ਹਨ, ਉਹਨਾਂ ਦੁਸ਼ਮਣਾਂ ਦੇ ਸਾਹਮਣੇ ਹੋ ਕਰਕੇ ਉਹਨਾਂ ਦਾ ਖਾਤਮਾ ਕਰਨਾ ਹੈ। ਤੇ ਸਿੰਘੋ ਇਸ ਤਰ੍ਹਾਂ ਤੁਸੀਂ ਸੰਸਾਰ ਦੇ ਵੀ ਸਾਰੇ ਪਦਾਰਥ ਪ੍ਰਾਪਤ ਕਰ ਲਓਗੇ।
ਆਪ ਵੀ ਪਦਾਰਥਾਂ ਨੂੰ ਭੋਗੋ ਤੇ ਹੋਰਨਾਂ ਨੂੰ ਵੀ ਭਗਾਓ। ਲੰਗਰ ਲਾਓ, ਆਪ ਵੀ ਛਕੋ ਤੇ ਹੋਰਨਾਂ ਨੂੰ ਵੀ ਛਕਾਓ। ਕਰੋ ਜੁਗ ਮੈਂ ਸਿਰਦ ਸਿਧਾਰ। ਜਦੋਂ ਧਰਮ ਯੁੱਧ ਕਰੋਗੇ ਤੇ ਜ਼ਾਲਮਾਂ ਨੂੰ ਸੋਧੋਗੇ ਤੇ ਜੰਗ ਯੁੱਧ ਕਰਦਿਆਂ ਜੇ ਸ਼ਹੀਦੀ ਪਾ ਜਾਓਗੇ, ਫਿਰ ਸੱਚਖੰਡ ਵਿੱਚ ਪਹੁੰਚ ਜਾਓਗੇ ਸਿੱਧੇ। ਸਹਿ ਕਾਮੀ ਸੁਖ ਸਗਲ ਵਿਚ ਤਿਹਾਰ। ਤੇ ਜੇ ਕਾਮਨਾ ਕੋਈ ਰਹਿ ਗਈ, ਕੋਈ ਇੱਛਾ ਰਹਿ ਗਈ, ਜੰਗ ਯੁੱਧ ਵਿੱਚ ਸ਼ਹੀਦੀ ਪਾ ਗਏ, ਤੇ ਫਿਰ ਸਾਰੇ ਪਦਾਰਥ ਤੁਹਾਨੂੰ ਮਿਲਣਗੇ, ਇੱਛਾ ਪੂਰੀ ਹੋਵੇਗੀ। ਇਹ ਕਾਮੀ ਹੋਏ ਮੁਝ ਸੋ ਵੀਰ। ਤੇ ਜੇ ਕਾਮਨਾ ਖਤਮ ਹੋ ਗਈਆਂ, ਨਿਸ਼ਕਾਮ ਹੋ ਕਰਕੇ ਸ਼ਹੀਦ ਹੋਏ, ਤੇ ਫਿਰ ਮੇਰੇ ਨਾਲ ਮਿਲ ਜਾਓਗੇ, ਫਿਰ ਮੇਰੇ ਪਾਸ ਆ ਜਾਓਗੇ। ਪਰੇ ਨਾ ਜਨਮ ਮਰਨ ਕੋ ਗੈਰ। ਫਿਰ ਜਨਮ ਮਰਨ ਦੇ ਰਸਤੇ ਤੇ ਨਹੀਂ ਪੈਣਾ ਪਵੇਗਾ, ਫਿਰ ਜੰਮਣਾ ਮਰਨਾ ਮੁੱਕ ਜਾਵੇਗਾ। ਕਰੋ ਇਸ਼ਨਾਨ ਨਾਮ ਅਰਦਾਨ। ਅੰਮ੍ਰਿਤ ਵੇਲੇ ਦਾ ਸਿੰਘੋ ਇਸ਼ਨਾਨ ਜ਼ਰੂਰ ਕਰਨਾ ਹੈ, ਕਦੇ ਢਿੱਲ ਮੱਠ ਨਹੀਂ ਪੈਣ ਦੇਣੀ। ਅੰਮ੍ਰਿਤ ਵੇਲੇ ਇਸ਼ਨਾਨ ਜ਼ਰੂਰ ਕਰਨਾ ਹੈ, ਨਾਮ ਜਪਣਾ ਹੈ ਤੇ ਦਾਨ ਵੀ ਕਰਨਾ ਹੈ। ਦਾਨ ਸਾਧ ਸੰਗਤ ਜੀ, ਪ੍ਰਸ਼ਾਦੇ ਦਾ ਦਾਨ, ਵਸਤਰ ਦਾ ਦਾਨ, ਦਾਨ ਅਨੇਕ ਪ੍ਰਕਾਰ ਦਾ ਹੈ। ਉੱਥੇ ਸਿੱਖੀ ਦਾ ਵੀ ਦਾਨ ਹੈ। ਸਿੱਖ ਨੇ ਆਪ ਸਿੱਖੀ ਵਿੱਚ ਤਿਆਰ ਬਰ ਤਿਆਰ ਰਹਿਣਾ ਤੇ ਸਿੱਖੀ ਦਾ ਦਾਨ ਅੱਗੇ ਵੀ ਕਰਨਾ। ਸਿੱਖੀ ਦਾ ਦਾਨ ਕਿਵੇਂ ਕਰਨਾ ਜੀ? ਕਿਸੇ ਨੂੰ ਪ੍ਰੇਰ ਕੇ ਗੁਰੂ ਦੇ ਚਰਨਾਂ ਨਾਲ ਜੋੜਨਾ। ਜਿਵੇਂ ਭਾਈ ਅਦਲੀ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਖਿਆ ਸੀ, ਚੱਲ ਤੈਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਲੈ ਚੱਲਣਾ। ਜਾ ਕੇ ਚਰਨੀ ਪਾਇਆ ਸੀ ਤੇ ਮਹਾਰਾਜ ਦੇ ਸਿੱਖ ਸਜੇ। ਕਿਸੇ ਨੂੰ ਪ੍ਰੇਰ ਕੇ ਸਿੱਖੀ ਵੱਲੇ ਲੈ ਆਉਣਾ, ਸੰਗਤ ਵਿੱਚ ਲੈ ਆਉਣਾ, ਇਹ ਸਿੱਖੀ ਦਾ ਦਾਨ ਕਰਨਾ ਹੈ। ਆਪ ਨਾਮ ਜਪਣਾ, ਦੂਜੇ ਨੂੰ ਪ੍ਰੇਰ ਕੇ ਜਪਾਉਣਾ, ਇਹ ਸਾਧ ਸੰਗਤ ਜੀ ਨਾਮ ਦਾ ਦਾਨ ਕਰਨਾ ਹੈ। ਨਾਮ ਦੀ ਦਾਤ ਦੇਣ ਵਾਲੇ ਸਤਿਗੁਰੂ ਦਾਤੇ ਆ, ਪਰ ਸਿੱਖ ਨੂੰ ਇੰਨੀ ਆਗਿਆ ਗੁਰੂ ਸਾਹਿਬ ਦੀ ਹੈ ਕਿ ਇਹ ਮੰਤਰ ਨਹੀਂ, ਗੁਰੂ ਬਣ ਕੇ ਕਿਸੇ ਨੂੰ ਮੰਤਰ ਨਹੀਂ ਦੇ ਸਕਦਾ। ਮੂਲ ਮੰਤਰ ਗੁਰ ਮੰਤਰ ਦੇ ਦਾਤੇ ਤਾਂ ਪੰਜ ਪਿਆਰੇ ਹੀ ਆ, ਉਹ ਦੇਣਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਕੱਲਾ ਸਿੰਘ ਜਪ ਜਪਾ ਜ਼ਰੂਰ ਸਕਦਾ, ਇਹ ਅੱਗੇ ਜਪ ਸਕਦਾ ਵਾ, ਮੂਲ ਮੰਤਰ ਪਿੱਛੇ ਸੰਗਤਾਂ ਨੂੰ ਜਪਾ ਸਕਦਾ, ਅੱਗੇ ਗੁਰ ਮੰਤਰ ਜਪ ਸਕਦਾ, ਪਿੱਛੇ ਜਪਾ ਸਕਦਾ। ਇਹ ਦਾਨ ਕਰਨਾ, ਦਾਨ ਗੁਰੂ ਸਾਹਿਬ ਤੋਂ ਮੰਗਣਾ ਵੀ ਆ ਅਸੀਂ ਤੇ ਅੱਗੇ ਵੰਡਣਾ ਵੀ ਆ। ਆਪਾਂ ਰੋਜ਼ ਮੰਗਦੇ ਆ ਸਿੱਖਾਂ ਨੂੰ ਸਿੱਖੀ ਦਾਨ, ਮਹਾਰਾਜ ਬਖਸ਼ੋ ਸਾਨੂੰ ਦਿਓ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀਓ ਕੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗੋ ਜੋਗੇ ਅਟਲ ਧਰਮ ਕਾ ਜੈਕਾਰ। ਬੋਲੋ ਜੀ ਵਾਹਿਗੁਰੂ। ਤੋ ਸਤਿਗੁਰੂ ਕਹਿੰਦੇ ਸਿੰਘੋ ਦਾਨ ਕਰਨਾ। ਦਾਨ ਪ੍ਰਸ਼ਾਦੇ ਦਾ ਵੀ ਹੁੰਦਾ ਹੈ, ਦਾਨ ਅਨੇਕ ਪ੍ਰਕਾਰ ਦਾ, ਪਰ ਸਭ ਤੋਂ ਵੱਡਾ ਕਿਹੜਾ ਦਾਨ ਆ ਦੁਨੀਆ 'ਚ ਭਲਾ? ਬ੍ਰਹਮ ਗਿਆਨ ਦਾ ਦਾਨ, ਨਾਮ ਦਾ ਦਾਨ। ਨਾਮ ਦੇ ਦਾਨ ਦੇ ਬਰਾਬਰ ਕੋਈ ਦਾਨ ਨਹੀਂ ਹੈ। ਆਪਾਂ ਪੜ੍ਹਦੇ ਆ ਨਾ, ਦਾਨਾ ਸਿਰ ਦਾਨ, ਨਾਮ ਦਾਨ। ਇਸ ਕਰਕੇ ਦਾਨ ਅਨੇਕ ਪ੍ਰਕਾਰ ਦੇ ਆ। ਗੁਰਬਾਣੀ ਦੇ ਵਿੱਚ ਬੜਾ ਖੁਲਾਸਾ ਕੀਤਾ। ਜੇ ਆਪਾਂ ਉਧਰਲੇ ਪਾਸੇ ਨੂੰ ਜਾਈਏ, ਪ੍ਰਸੰਗ ਇਧਰੋਂ ਰਹਿ ਜਾਵੇਗਾ। ਮਹਾਰਾਜ ਸਾਹਿਬ ਨੇ ਦੱਸਿਆ ਵੀ ਕਿਹੜੇ ਕਿਹੜੇ ਦਾਨ ਸੰਸਾਰ 'ਚ ਕੀਤੇ ਜਾਂਦੇ ਆ, ਪਰ ਅਖੀਰ ਤੇ ਆਖਿਆ ਸਭ ਤੋਂ ਵੱਡਾ ਦਾਨ ਹੈ ਨਾਮ ਦਾਨ, ਨਾਮ ਦਾ ਦਾਨ। ਤੋ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਸਿੰਘੋ, ਅੰਮ੍ਰਿਤ ਵੇਲੇ ਇਸ਼ਨਾਨ ਵੀ ਕਰਨਾ, ਨਾਮ ਵੀ ਜਪਣਾ ਤੇ ਦਾਨ ਵੀ ਕਰਨਾ ਹੈ। ਪ੍ਰੇਮ ਸਮੇਤ ਲਹੋ ਕਲਿਆਣ। ਤੇ ਵਾਹਿਗੁਰੂ ਦੇ ਪ੍ਰੇਮ ਦੇ ਸਹਿਤ ਰਹਿਣਾ ਹੈ, ਫਿਰ ਤੁਸੀਂ ਪ੍ਰੇਮ ਦੇ ਸਮੇਤ ਕਲਿਆਣ ਲੈ ਲਓਗੇ। ਵਾਹਿਗੁਰੂ ਦਾ ਪ੍ਰੇਮ ਵੀ ਤੁਹਾਨੂੰ ਪ੍ਰਾਪਤ ਹੋਵੇਗਾ ਤੇ ਮੁਕਤੀ ਵੀ ਮਿਲੇਗੀ। ਬਿਰਧ ਖਾਲਸਾ ਪੰਥ ਭਵਿੱਖ। ਸਤਿਗੁਰੂ ਕਹਿੰਦੇ ਭਵਿੱਖਤ ਸਮੇਂ ਵਿੱਚ ਖਾਲਸਾ ਪੰਥ ਸਾਰੇ ਪਾਸੇ ਪ੍ਰਗਟ ਹੋ ਜਾਵੇਗਾ। ਕੌਣੀ ਰਾਜ ਕਰੀਏ ਮੇਰੇ ਸਿੱਖ। ਮਹਾਰਾਜ ਕਹਿੰਦੇ ਸਾਡੇ ਸਿੱਖ ਮਿਲ ਕਰਕੇ ਧਰਤੀ ਤੇ ਰਾਜ ਕਰਨਗੇ। ਇਹ ਬਚਨ ਕੀਤਾ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨੇ ਤੋਂ ਪਹਿਲਾਂ। ਮਹਾਰਾਜ ਕਹਿੰਦੇ ਖਾਲਸਾ ਜੀ ਸਿੱਖ ਮਿਲ ਕਰਕੇ ਆਉਣ ਵਾਲੇ ਭਵਿੱਖਤ ਸਮੇਂ ਵਿੱਚ ਰਾਜ ਕਰਨਗੇ, ਸਿੱਖਾਂ ਦਾ ਰਾਜ ਹੋਵੇਗਾ। ਤੇ ਦਿਨ ਪ੍ਰਤੀ ਦਿਨ ਜਿਹੜੇ ਜ਼ਾਲਮ ਤੁਰਕ ਹਨ ਉਹ ਨਾਸ਼ ਹੋ ਜਾਣਗੇ, ਨਾਸ ਨੂੰ ਪ੍ਰਾਪਤ ਹੋ ਜਾਣਗੇ, ਖਤਮ ਹੋ ਜਾਣਗੇ। ਤੇ ਜਿਹੜੇ ਬਚ ਜਾਣਗੇ ਉਹ ਰੰਕ ਹੋ ਜਾਣਗੇ, ਕੰਗਾਲ ਹੋ ਜਾਣਗੇ। ਕਿਉਂਕਿ ਜਿਨ੍ਹਾਂ ਨੇ ਬਹੁਤੇ ਅਪਰਾਧ ਕੀਤੇ ਉਹਨਾਂ ਅਪਰਾਧਾਂ ਦਾ ਫਲ ਉਹਨਾਂ ਨੂੰ ਇਹ ਮਿਲੇਗਾ, ਉਹਨਾਂ ਦਾ ਖਾਤਮਾ ਹੋਵੇਗਾ ਤੇ ਉਹ ਕੰਗਾਲ ਹੋਣਗੇ।
ਰਖਵਾਲਾ। ਮਹਾਰਾਜ ਕਹਿੰਦੇ ਇਹ ਉਹਨਾਂ ਨੂੰ ਫਲ ਪ੍ਰਾਪਤ ਹੋਵੇਗਾ ਜਿਸ ਤਰ੍ਹਾਂ ਦੇ ਉਹਨਾਂ ਨੇ ਬਹੁਤੇ ਅਪਰਾਧ ਕੀਤੇ ਹਨ ਤੁਰਕਾਂ ਜ਼ਾਲਮਾਂ ਨੇ। ਅੰਗ ਸੰਗ ਮੁਝ ਕੋ ਨਿਤ ਜਾਣੋ। ਸਿੰਘੋ ਮੈਨੂੰ ਆਪਣੇ ਸਦਾ ਹੀ ਅੰਗ ਸੰਗ ਜਾਣੋ, ਮੈਂ ਤੁਹਾਡੇ ਤੋਂ ਦੂਰ ਨਹੀਂ ਹਾਂ। ਇਸ ਗੱਲ ਨੂੰ ਸਮਝੋ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਸਦਾ ਸਹਾਇਕ ਆਪਣੋ ਮਨ। ਸਦਾ ਹੀ ਸਿੰਘੋ ਆਪਣਾ ਸਹਾਇਕ ਮੰਨੋ ਸਾਨੂੰ, ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਹੋ ਕੇ ਸਹਾਇਤਾ ਕਰਾਂਗੇ। ਇੱਥੇ ਵੀ ਕਰਾਂਗੇ ਤੇ ਉੱਥੇ ਵੀ ਕਰਾਂਗੇ। ਜਿਵੇਂ ਕਈ ਕਹਿੰਦੇ ਹੁੰਦੇ ਨਾ ਵੀ ਆਹ ਗੱਲ ਲਿਖ ਕੇ ਦਿੱਤੀ, ਲਿਖ ਕੇ ਲੈਣੀ। ਮਹਾਰਾਜ ਨੇ ਸਾਰੇ ਬਚਨ ਲਿਖ ਕੇ ਦਿੱਤੇ ਸਾਧ ਸੰਗਤ ਜੀ। ਤੇ ਲਿਖ ਕੇ ਕਿੱਥੇ ਦਿੱਤੇ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ। ਵੀ ਜਿਹੜਾ ਸਿੱਖ ਗੁਰੂ ਸਾਹਿਬ ਜੀ ਦਾ ਬਣ ਜਾਂਦਾ ਵਾ, ਸਤਿਗੁਰੂ ਉਸ ਸਿੱਖ ਦੀ ਇੱਥੇ ਵੀ ਰੱਖਿਆ ਕਰਦੇ ਤੇ ਉੱਥੇ ਵੀ ਕਰਦੇ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਇਆਲਾ। ਨਿਤ ਪ੍ਰਭ ਗੁਰਬਾਣੀ ਅਭਿਆਸੋ। ਇਸ ਕਰਕੇ ਸਿੰਘੋ ਅਸੀਂ ਤਾਂ ਅੰਗ ਸੰਗ ਰਵਾਂਗੇ ਜੇ ਨਿਤਾ ਪ੍ਰਤੀ ਤੁਸੀਂ ਗੁਰਬਾਣੀ ਦਾ ਅਭਿਆਸ ਕਰੋਗੇ। ਜੈ ਸ਼ਾਸਤਰਨ ਸੰਗ ਸ਼ਬਦ ਵਿਨਾਸੋ। ਜਾਂ ਤੁਸੀਂ ਗੁਰਬਾਣੀ ਦਾ ਅਭਿਆਸ ਕਰਨਾ ਤੇ ਜਾਂ ਫਿਰ ਸ਼ਸਤਰ ਧਾਰੀ ਹੋ ਕਰਕੇ ਸ਼ਤਰੂਆਂ ਦਾ, ਜਿਹੜੇ ਧਰਮ ਦੇ ਵਿਰੋਧੀ ਜ਼ਾਲਮ ਲੋਕ, ਉਹਨਾਂ ਦਾ ਖਾਤਮਾ ਕਰਨਾ ਹੈ। ਦਸੋਂ ਗੁਰਨ ਕੇ ਮਨ ਕਰੇ ਦਿਲਾਸਾ। ਦਸਾਂ ਹੀ ਗੁਰੂ ਸਾਹਿਬਾਂ ਨੇ ਸਾਡੇ ਸਮੇਤ ਮਹਾਰਾਜ ਕਹਿੰਦੇ ਆ, ਕਿਉਂਕਿ ਦਸੇ ਤੇ ਤਾਂ ਹੀ ਬਣਦੇ ਨਾ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ। ਮਹਾਰਾਜ ਕਹਿੰਦੇ ਦਸਾਂ ਹੀ ਗੁਰੂ ਸਾਹਿਬਾਂ ਨੇ ਜੋ ਕੌਤਕ ਕੀਤੇ, ਜੋ ਕੁਝ ਕਾਰਨਾਮੇ ਕੀਤੇ ਹਨ, ਸੁਨੋ ਪ੍ਰੇਮ ਧਰ ਸਭ ਇਤਿਹਾਸਾ। ਤੁਸੀਂ ਪ੍ਰੇਮ ਧਾਰਨ ਕਰਕੇ ਦਸਾਂ ਗੁਰੂ ਸਾਹਿਬਾਂ ਦਾ ਇਤਿਹਾਸ ਵੀ ਸੁਣਨਾ ਹੈ। ਸ਼ਰਧਾ ਭਾਵਨਾ ਦੇ ਨਾਲ ਤੁਸੀਂ ਇਤਿਹਾਸ ਵੀ ਦਸਾਂ ਗੁਰੂ ਸਾਹਿਬਾਂ ਦਾ ਸੁਣਨਾ ਹੈ। ਪ੍ਰੇਮ ਦੇ ਨਾਲ, ਜਿੰਨਾ ਪ੍ਰੇਮ ਗੁਰੂ ਕੀ ਬਾਣੀ ਪੜ੍ਹਨ ਦੇ ਨਾਲ, ਓਨਾ ਹੀ ਗੁਰੂ ਕੇ ਇਤਿਹਾਸ ਦੇ ਨਾਲ ਤੁਸੀਂ ਰੱਖਣਾ। ਕਿਉਂਕਿ ਇੰਨਾ ਸੰਬੰਧ ਹੈ ਗੁਰਬਾਣੀ ਦਾ ਤੇ ਇਤਿਹਾਸ ਦਾ ਜਿੰਨਾ ਸਰੀਰ ਦਾ ਤੇ ਆਤਮਾ ਦਾ, ਸਰੀਰ ਦਾ ਤੇ ਰੂਹ ਦਾ। ਜਦੋਂ ਆਤਮਾ ਦੀ ਗੱਲ ਆਵੇਗੀ, ਮਹਾਰਾਜ ਨੇ ਆਖਿਆ ਨਾ ਸਾਡੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਾਡਾ ਸਰੀਰ ਖਾਲਸਾ ਪੰਥ ਵਿੱਚ। ਤੇ ਜਦੋਂ ਸਰੀਰ ਦੇ ਕਾਰਨਾਮੇ ਵੀ ਮਹਾਰਾਜ ਨੇ ਦਸਾਂ ਸਰੂਪਾਂ ਦੇ ਵਿੱਚ ਕੀ ਕੀ ਕੌਤਕ ਕੀਤੇ ਆ, ਉਹ ਇਤਿਹਾਸ ਚੋਂ ਹੀ ਪਤਾ ਲੱਗਣਾ, ਇਤਿਹਾਸ ਵਿੱਚੋਂ। ਤੇ ਜਦੋਂ ਆਤਮਾ ਦੀ ਗੱਲ ਹੈ, ਰੂਹਾਨੀਅਤ ਦੀ ਗੱਲ ਹੈ, ਫਿਰ ਉਹ ਗੁਰਬਾਣੀ ਦੇ ਵਿੱਚੋਂ ਸਾਨੂੰ ਪਤਾ ਲੱਗੇਗਾ। ਮਹਾਰਾਜ ਸਾਹਿਬ ਕਹਿੰਦੇ ਗੁਰਬਾਣੀ ਦਾ ਵੀ ਅਭਿਆਸ ਕਰਨਾ ਤੇ ਦਸਾਂ ਹੀ ਗੁਰੂ ਸਾਹਿਬਾਂ ਦਾ ਪ੍ਰੇਮ ਧਾਰਨ ਕਰਕੇ ਇਤਿਹਾਸ ਵੀ ਸੁਣਨਾ ਹੈ। ਅਹਮਦ ਦੀਦ ਸਰਦ ਕਲਿਆਣ। ਤੇ ਫਿਰ ਕਲਿਆਣ ਦੇ ਸਹਿਤ ਸ੍ਰੇਸ਼ਟ ਮਤ ਵੀ ਪ੍ਰਾਪਤ ਹੋਵੇਗੀ ਤੇ ਕਲਿਆਣ ਵੀ ਹੋਵੇਗੀ। ਸੁਖ ਪ੍ਰਾਪਤ ਪਾਠ ਸੋਤਾਨ। ਜਿਹੜੇ ਪਾਠ ਕਰਨਗੇ ਇਤਿਹਾਸ ਦਾ, ਜਿਹੜੇ ਸੁਣਨਗੇ ਇਤਿਹਾਸ ਨੂੰ, ਉਹਨਾਂ ਸਰੋਤਿਆਂ ਨੂੰ ਸੁਖ ਪ੍ਰਾਪਤ ਹੋਵੇਗਾ। ਇਤਿਹਾਸ ਪੜ੍ਹਨ ਵਾਲਿਆਂ ਨੂੰ ਵੀ, ਇਤਿਹਾਸ ਸੁਣਾਉਣ ਵਾਲਿਆਂ ਨੂੰ ਵੀ ਸੁੱਖ ਮਿਲੇਗਾ, ਇਤਿਹਾਸ ਪੜ੍ਹਨ ਵਾਲਿਆਂ ਨੂੰ ਵੀ ਸੁੱਖ ਮਿਲੇਗਾ, ਇਤਿਹਾਸ ਸੁਣਨ ਵਾਲਿਆਂ ਨੂੰ ਵੀ ਸੁੱਖ ਮਿਲੇਗਾ। ਕਿਉਂਕਿ ਇਤਿਹਾਸ ਗੁਰੂ ਦਾ ਹੈ ਤੇ ਗੁਰੂ ਸਾਹਿਬ ਜੀ ਦਾ ਨਾਮ ਰਸਨਾ ਤੋਂ ਲੈਣਾ, ਕੰਨਾਂ ਵਿੱਚ ਪੈਣਾ। ਗੁਰੂ ਸਾਹਿਬ ਨੇ ਕੀ ਕੀ ਕੌਤਕ ਕੀਤਾ, ਕੀ ਕੀ ਉਪਦੇਸ਼ ਦਿੱਤਾ। ਅੱਜ ਕੱਲ੍ਹ ਬੜੇ ਐਸੇ ਯਤਨ ਕੀਤੇ ਜਾ ਰਹੇ ਆ ਇਤਿਹਾਸ ਤੋਂ ਤੋੜਨ ਦੇ, ਪਰ ਗੁਰੂ ਕੇ ਇਤਿਹਾਸਕ ਸਥਾਨਾਂ ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਕਥਾ ਚੱਲਦੀ ਹੈ। ਤੇ ਸਾਰੇ ਹੀ ਇੱਕ ਇੱਕ ਬਾਣੀ ਦੀ ਉਥਾਨਕਾ, ਇੱਕ ਇੱਕ ਜ਼ਿਕਰ ਉਹ ਇਤਿਹਾਸ ਵਿੱਚੋਂ ਹੀ ਤਾਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਕਿੱਥੇ ਦਿੱਤੀ, ਕਦੋਂ ਦਿੱਤੀ, ਉਹ ਆਪਾਂ ਇੱਕ ਦਿਨ ਹੀ ਪਹਿਲੋਂ ਹਾਲੇ ਪ੍ਰਸੰਗ ਪੜ੍ਹਿਆ ਹੈ। 1708 ਦੇ ਵਿੱਚ ਕੱਤਕ ਸੁਦੀ ਦੂਜ ਨੂੰ 1765 ਬਿਕਰਮੀ ਸੰਮਤ ਨੰਦੇੜ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਿਆਈ ਦਿੱਤੀ। ਕਿਉਂਕਿ ਇਤਿਹਾਸ ਦੀ ਵੀ ਆਪਣੀ ਇੱਕ ਥਾਂ ਹੈ ਸਾਧ ਸੰਗਤ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਇਹ ਤੁਸੀਂ ਇਤਿਹਾਸ ਨੂੰ ਵੀ ਪੜ੍ਹਨਾ ਸੁਣਨਾ ਹੈ ਤੇ ਪੜ੍ਹਨ ਸੁਣਨ ਵਾਲੇ ਸਰੋਤਿਆਂ ਨੂੰ ਸੁੱਖ ਪ੍ਰਾਪਤ ਹੋਵੇਗਾ। ਜਦੋਂ ਗੁਰੂ ਸਾਹਿਬਾਂ ਦਾ ਨਾਮ ਅਸੀਂ ਰਸਨਾ ਤੋਂ ਲੈਂਦੇ ਆ ਤੇ ਸਾਡੇ ਕੰਨਾਂ ਵਿੱਚ ਪੈਂਦਾ ਹੈ ਤੇ ਗੁਰੂ ਕੇ ਇਤਿਹਾਸ ਨੂੰ ਸੁਣਦੇ ਆ। ਗੁਰਬਾਣੀ ਦੇ ਦੁਆਰਾ ਹੀ ਇਹ ਗੱਲ ਸਾਧ ਸੰਗਤ ਜੀ ਮਹਾਰਾਜ ਨੇ ਆਖੀ ਆ, ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਅਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਤੋ ਇਸ ਕਰਕੇ ਸਤਿਗੁਰੂ ਕਹਿੰਦੇ ਸੁਖ ਪ੍ਰਾਪਤ ਹੋਵੇਗਾ ਇਤਿਹਾਸ ਪੜ੍ਹਨ ਸੁਣਨ ਵਾਲਿਆਂ ਨੂੰ ਵੀ। ਗੁਰੂ ਖਾਲਸਾ ਖਾਲਸਾ ਗੁਰੂ। ਗੁਰੂ ਖਾਲਸਾ ਹੈ ਤੇ ਖਾਲਸਾ ਗੁਰੂ ਰੂਪ ਹੈ। ਗੁਰੂ ਸਾਹਿਬ ਦਾ ਵਾਸਾ ਖਾਲਸੇ ਵਿੱਚ ਹੈ ਤੇ ਖਾਲਸਾ ਗੁਰੂ ਦਾ ਰੂਪ ਹੈ। ਆਪਤੇ ਹੋਏ ਐਸੀ
ਮਹਾਰਾਜ ਕਹਿੰਦੇ ਹੁਣ ਤੋਂ ਇਸ ਤਰ੍ਹਾਂ ਦੀ ਇਹ ਵਿਧੀ ਇਹ ਮਰਿਆਦਾ ਅੱਗੇ ਤੋਂ ਸ਼ੁਰੂ ਹੋ ਜਾਵੇਗੀ। ਆਪਣੀ ਜੋਤ ਖਾਲਸੇ ਵਿੱਚ ਹੈ। ਜਿੱਥੇ ਅਸੀਂ ਆਪਣੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰੱਖੀ ਹੈ, ਉੱਥੇ ਸਾਡੀ ਜੋਤ ਖਾਲਸੇ ਵਿੱਚ ਵੀ ਹੈ। ਦੋਨਾਂ ਨੂੰ ਵਡਿਆਈ ਦਿੱਤੀ ਸਾਧ ਸੰਗਤ ਜੀ ਮਹਾਰਾਜ ਨੇ, ਸ਼ਬਦ ਨੂੰ ਵੀ ਤੇ ਖਾਲਸੇ ਨੂੰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵੀ ਤੇ ਆਪਣੇ ਖਾਲਸੇ ਪੰਥ ਨੂੰ ਵੀ ਵਡਿਆਈ ਦਿੱਤੀ ਹੈ। ਜਦੋਂ ਗੁਰਤਾ ਗੱਦੀ ਦਿੱਤੀ ਹੈ ਤੇ ਪੰਜਾਂ ਸਿੰਘਾਂ ਨੂੰ ਵੀ ਨਾਲ ਹੀ ਵਡਿਆਈ ਦਿੱਤੀ। 5 ਸਿੰਘ ਸਨਮੁਖ ਖੜੇ ਕੀਤੇ ਮਹਾਰਾਜ ਨੇ, ਨਾਲ ਹੀ ਪ੍ਰਕਰਮਾਂ ਕੀਤੀਆਂ ਸਤਿਗੁਰੂ ਜੀ ਨੇ। ਇਸ ਕਰਕੇ ਕਹਿੰਦੇ ਵੀ ਸਾਡੀ ਜੋਤ ਖਾਲਸੇ ਦੇ ਵਿੱਚ ਵੀ ਹੈ। ਆਪਣੇ ਧਰੀ ਸਰਬ ਜਗ ਵਿੱਚ ਹੈ। ਸਤਿਗੁਰੂ ਕਹਿੰਦੇ ਅਸੀਂ ਆਪਣੀ ਕਲਾ ਆਪਣੇ ਖਾਲਸੇ ਵਿੱਚ ਵੀ ਰੱਖੀ ਹੈ। ਇਹ ਸਾਰਾ ਸੰਸਾਰ ਵੇਖ ਰਿਹਾ ਹੈ, ਵੇਖੇਗਾ ਵੀ। ਜਿਮਕੇ ਸ੍ਰੀ ਪ੍ਰਭ ਸ਼ੋਕ ਨਿਵਾਰਾ। ਇਸ ਤਰ੍ਹਾਂ ਉਪਦੇਸ਼ ਦੇ ਕੇ ਖਾਲਸੇ ਦੇ ਹਿਰਦੇ ਦਾ ਸਾਰਾ ਸ਼ੋਕ ਨਿਵਰਤ ਕਰ ਦਿੱਤਾ ਸਭ ਕੀ ਹਿਰਦੇ ਖਾਲਕ ਕੋ ਧਾਰਾ। ਤੇ ਸਾਰਿਆਂ ਦੇ ਹਿਰਦੇ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਪ੍ਰਸੰਨਤਾ ਧਾਰੀ ਹੈ। ਦੀਰਘ ਸ਼ਮਸ਼ ਉਦਰ ਲਗ ਆਈ। ਸਤਿਗੁਰੂ ਜੀ ਦਾ ਲੰਮਾ ਲੰਮਾ ਦਾੜਾ ਲਿਖਦੇ ਭਾਈ ਸੰਤੋਖ ਸਿੰਘ ਜੀ ਕਿ ਦਸਮ ਪਾਤਸ਼ਾਹੀ ਦਾ ਲੰਮਾ ਦਾੜਾ ਹੈ ਤੇ ਮਹਾਰਾਜ ਸਾਹਿਬ ਜੀ ਦਾ ਉਦਰ ਤੀਕ ਦਾੜਾ ਆਇਆ ਹੋਇਆ, ਪੇਟ ਤੀਕ ਸਤਿਗੁਰੂ ਜੀ ਦਾ ਦਾੜਾ ਲੰਮਾ ਆਇਆ ਹੋਇਆ ਹੈ। ਆਤਮ ਸਾਧ ਸੁਧਾਰ ਗੁਸਾਈ। ਤੇ ਹੱਥਾਂ ਦੇ ਨਾਲ ਹੱਥ ਫੇਰ ਕਰਕੇ ਦਾੜੇ ਨੂੰ ਮਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਸੁਧਾਰਿਆ, ਭਾਵ ਸਵਾਰਿਆ ਹੋਇਆ ਹੈ ਹੱਥ ਫੇਰ ਕਰਕੇ। ਵੱਧ ਕਰ ਭਈ ਅਗਾਰੀ ਹੋਏ। ਲੰਮਾ ਦਾੜਾ ਹੈ ਕਲਗੀਧਰ ਪਾਤਸ਼ਾਹ ਜੀ ਦਾ ਤੇ ਅਗਲੇ ਪਾਸਿਓਂ ਵੱਧ ਕਰਕੇ ਤੇ ਥੱਲੜੇ ਪਾਸਿਓਂ ਦੋ ਪਾਸੇ ਨੂੰ ਹੋ ਰਿਹਾ ਦਾੜਾ, ਤੇ ਅੱਧਾ ਇੱਕ ਪਾਸੇ ਨੂੰ ਅੱਧਾ ਇੱਕ ਪਾਸੇ, ਥੱਲੇ ਜਾ ਕਰਕੇ ਦੋਵਾਂ ਪਾਸੇ ਨੂੰ ਦਾੜਾ ਹੈ। ਕੁਸ਼ਿਕ ਫਰਕ ਤੇ ਦੀਪਕ ਸੋਏ। ਥੱਲੇ ਜਾ ਕੇ ਕਹਿੰਦੇ ਕੁਛ ਕੁ ਫਰਕ ਨਾਲ ਦਿਸਦਾ, ਅੱਧਾ ਇੱਕ ਪਾਸੇ ਨੂੰ ਹੈ ਅੱਧਾ ਇੱਕ ਪਾਸੇ ਨੂੰ ਹੈ। ਕੋ ਕੇਸ ਸੇਤ ਹੋਏ ਆਵਾ। ਕੋਈ ਕੋਈ ਕੇਸ ਵਿਰਲਾ ਵਿਰਲਾ ਵਿੱਚੋਂ ਚਿੱਟੇ ਹੋਏ ਆ ਕੇਸ, ਖੀਰੇ ਆਏ ਆ ਵਿੱਚ, ਜਿਆਦੇ ਨਹੀਂ, ਸਾਰਾ ਕਾਲੇ ਆ ਕੇਸ ਮਹਾਰਾਜ ਸਾਹਿਬ ਦੇ ਦਾੜੇ ਦੇ ਤੇ ਮਸ਼ਹਿਰਿਆਂ ਦੇ, ਪਰ ਕੋਈ ਕੋਈ ਕੇਸ ਵਿੱਚ ਚਿੱਟਾ ਹੈ। ਸਵੈ ਪੁਰਸ਼ਨ ਪਰ ਹੱਥ ਉਠਾਵਾ। ਤੇ ਸਤਿਗੁਰੂ ਜੀ ਨੇ ਦੋਹਾਂ ਮਸ਼ਹਿਰਿਆਂ ਉੱਤੇ ਵੀ ਹੱਥ ਫੇਰਿਆ ਹੈ। ਕਲਗੀਧਰ ਪਾਤਸ਼ਾਹ ਜੀ ਨੇ ਦਾੜੇ ਦੇ ਉੱਤੇ ਵੀ ਹੱਥ ਫੇਰਿਆ ਤੇ ਦੋਹਾਂ ਮਸ਼ਹਿਰਿਆਂ ਤੇ ਵੀ ਹੱਥ ਫੇਰਿਆ ਹੈ। ਇਸ ਤਰ੍ਹਾਂ ਆਨੰਦ ਦੇ ਨਾਲ ਮਹਾਰਾਜ ਸਾਹਿਬ ਜੀ ਬੈਠੇ ਹੋਏ ਆ ਸਮਾਪਤੀ ਤੋਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰ ਰਹੇ ਆ ਸਿੰਘ। ਇਹ ਉਪਦੇਸ਼ ਦੇ ਕਰਕੇ ਫਿਰ ਸਤਿਗੁਰੂ ਸਾਹਿਬ ਜੀ ਕਿਵੇਂ ਕਨਾਤ ਦੇ ਅੰਦਰ ਜਾਂਦੇ ਆ, ਕਿਵੇਂ ਗਰੀਬ ਨਵਾਜ ਸਾਹਿਬ ਜੀ ਸੱਚਖੰਡ ਪਿਆਨਾ ਕਰਦੇ ਹਨ, ਉਹ ਸਾਰਾ ਹੀ ਪ੍ਰਸੰਗ ਅਗਲੇ ਪ੍ਰਸੰਗਾਂ ਦੇ ਵਿੱਚ ਆਵੇਗਾ। ਮਹਾਰਾਜ ਦਾ ਪਵਿੱਤਰ ਇਤਿਹਾਸ, ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਜਿੱਥੇ ਆਪ ਸਮੂਹ ਸੰਗਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਚਰਨ ਪਰਸ ਰਹੇ ਹੋ, ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਮੇਲਕ, ਜੋ ਧੰਨ ਧੰਨ ਬੇਬੇ ਨਾਨਕੀ ਜੀ ਦੇ ਪਵਿੱਤਰ ਸਥਾਨ ਤੇ ਸਮਾਗਮਾਂ ਦੀ ਸੇਵਾ ਨਿਭਾਉਂਦੇ ਆ। 550 ਸਾਲੇ ਤੇ ਵੀ ਉਸ ਤੋਂ ਬਾਅਦ ਵੀ ਸਾਰੇ ਪ੍ਰਕਾਸ਼ ਗੁਰਪੁਰਬਾਂ ਤੇ ਉਹਨਾਂ ਨੇ ਸਟੇਜ ਦੀ ਸਾਰੀ ਹੋਰ ਵੀ ਸਾਰੀ ਸੇਵਾ ਨਿਭਾਉਂਦੇ ਸਮੇਂ ਸਮੇਂ ਤੇ, ਉਹ ਵੀ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਆ। ਜੀਓ ਆਇਆ ਸਤਿਗੁਰੂ ਗਰੀਬ ਨਵਾਜ ਸਭ ਨੂੰ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ, ਸਿੱਖੀ ਦਾਨ ਨਾਮ ਦਾਨ ਬਖਸ਼ਿਸ਼ ਕਰਨ। ਗਰੀਬ ਨਵਾਜ ਸਤਿਗੁਰੂ ਸਾਰੇ ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦਾ ਨਾਮ ਲਈਏ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ
ਵਾਹਿਗੁਰੂ 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 हे गोविंद हे गोपाल हे दयाल लाल प्राणनाथ अनाथ सके दीन दर्द निवार हे समरथ अगम पूरन मोहे मया तार अंधकूप महाभयान नानक पारे उतार आए प्रभ सरनागति कृपा नित दयाल एक अखर हर मन बसत नानक होत कथा निता प्रत होत है सुन हो सिंह सुजान नानक गुर गोविंद सिंह जी सदा करे नानक गुर गोविंद सिंह जी सदा करे कल्याण वाहिगुरु जी का खालसा वाहिगुरु जी की फतेह सत श्री अकाल वाहिगुरु जी का खालसा वाहिगुरु जी की फतेह।